नमो सहथियं जिनय तुलियं बीर बियो न बियं। नमो धोप पट्टं जिनय दुष्ट दट्टं। खीर च कहते नमस्कार जिते शस्त्र नामं नमस्कार तामं। जिते अस्त्र भेयं नमस्कार तेयं। सो नमस्कारां करते हैं शस्त्रां नूं। सो आओ साध संगत जी, जिवें कि दास पिछले दिनों तो अनाउंस करता आ रहा है कथा दरबार बारे। हुण 12 वजे तो तकरीबन 2:30 बजे तक कथा दरबार सजने हैं। सो सब तो पहला दास बड़ी निमरता सहित सारियां ही संगतां दे चरनां विच बेनती करेगा कि आपां सारियां ने, साडे पास पंथ प्रसिद्ध विद्वान सज्जन पहुँचे हुए हैं, गुरमुख प्यारे, आपां सारियां नूं ही सुण के जाना है। अज छुट्टी है सानू, सो असीं गुरु दरबार विच इसे तरह हाज़रियां भरी रखणियां हैं। पूरी लगन उत्साह नाल गुरु कीआं साखियां, गुरु कीआं गल्लां आपां सरवण करनियां हैं। सो इसे तरह सजे रहण वास्ते दास सारियां संगतां दे चरनां विच बेनती करदा है। सब तो पहलों 12 वजे तो 12:50 तक ਗਿਆਨੀ ਸ਼ੇਰ ਸਿੰਘ जी अंबाले वाले आप संगतां नूं गुरत विचारां राही निहाल करनगे। उपरंत 12:50 तो 1:40 तक ਗਿਆਨੀ जंगवीर सिंह जी दमदी टकसाल वाले, ਅਤੇ ਫਿਰ 1:40 ਤੋਂ ਤਕਰੀਬਨ 2:30 ਵਜੇ ਤੱਕ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਮੱਲੇਵਾਲ। ਸੋ ਇਹਨਾਂ ਗੁਰੂ ਪਿਆਰਿਆਂ ਨੇ ਆਪ ਸੰਗਤਾਂ ਨੂੰ ਗੁਰਤ ਵਿਚਾਰਾਂ ਰਾਹੀਂ ਨਿਹਾਲ ਕਰਨਾ ਹੈ। ਸੋ ਉਸ ਤੋਂ ਪਹਿਲਾਂ ਸਿਰਫ 2-4 ਮਿੰਟ ਵਾਸਤੇ ਦਾਸ ਬੇਨਤੀ ਕਰੇਗਾ। ਗੁਰੂ ਘਰ ਵਿਖੇ ਬਤੌਰ ਸਹਾਇਕ ਸਕੱਤਰ ਸੇਵਾ ਕਰਦੇ ਹਨ ਭਾਈ ਗੁਰਤੇਜ ਸਿੰਘ ਜੀ। ਉਹਨਾਂ ਨੇ ਆਪ ਸੰਗਤਾਂ ਨੂੰ ਆਡਿਟ ਬਾਰੇ, ਜਨਰਲ ਬੋਡੀ ਦੀ ਮੀਟਿੰਗ ਬਾਰੇ ਔਰ ਕੈਲਗਰੀ ਸਕੂਲ ਬਾਰੇ ਕੁਝ ਜ਼ਰੂਰੀ ਜਾਣਕਾਰੀਆਂ ਸਾਂਝੀਆਂ ਕਰਨੀਆਂ ਹਨ। ਉਪਰੰਤ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਆਪ ਸੰਗਤਾਂ ਨੂੰ ਗੁਰੂ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜੁਗੋ ਜੁਗਟਲ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਕੋਈ ਜ਼ਰੂਰੀ ਬੇਨਤੀਆਂ ਕਰਨੀਆਂ ਹਨ। ਸੋ ਸਾਧ ਸੰਗਤ ਜੀ, ਇੱਕ ਤਾਂ ਗੁਰਦੁਆਰਾ ਸਾਹਿਬ ਦਾ AGM ਜਨਰਲ ਬੋਡੀ ਮੀਟਿੰਗ ਸੋ ਸਾਧ ਸੰਗਤ ਜੀ ਅਕਤੂਬਰ 5 ਨੂੰ ਹੈ, 2 ਵਜੇ ਆਰੰਭ ਹੋਵੇਗੀ, ਜਿਸ ਦੇ ਵਿੱਚ 2 ਮੇਨ ਜੋ ਵਿਸ਼ੇ ਹਨ ਜਿਨ੍ਹਾਂ 'ਤੇ ਵਿਚਾਰ ਹੋਵੇਗੀ। ਇੱਕ ਤਾਂ ਗੁਰਦੁਆਰਾ ਸਾਹਿਬ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਅਤੇ ਦੂਸਰੀ ਖਾਲਸਾ ਸਕੂਲ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਜੋ ਕੁਛ ਸਾਨੂੰ ਹੁਣ ਤੱਕ ਪਤਾ ਲੱਗਿਆ ਹੈ ਉਹ ਆਪ ਸਭ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾ ਅਤੇ ਆਪ ਸਭ ਸੰਗਤਾਂ ਦੇ ਸੁਝਾਅ ਲਏ ਜਾਣਗੇ ਉਸ ਬਾਰੇ। ਸੋ ਉਸ ਦੇ ਨਾਲ ਹੀ ਸਾਧ ਸੰਗਤ ਜੀ, ਸੰਗਤਾਂ ਨਾਲ ਇੱਕ ਪ੍ਰੋਮਿਸ ਹੋਇਆ ਸੀ ਕਿ ਜੋ ਪਿਛਲੇ ਆਡਿਟ ਹਨ ਉਹ ਕਰਵਾਏ ਜਾਣ। ਸੋ ਉਸ ਲਈ ਕਮੇਟੀ ਸਾਧ ਸੰਗਤ ਜੀ ਸੈਟਅਪ ਹੋ ਗਈ ਹੈ। ਸੋ ਦਾਸ ਉਹਨਾਂ ਦੇ ਨਾਂ ਸੰਗਤ ਵਿੱਚ ਅਨਾਊਂਸ ਕਰਨਾ ਚਾਹੁੰਦਾ ਹੈ। ਉਹ ਕਮੇਟੀ ਇਸ ਪ੍ਰਕਾਰ ਹੈ: ਸਰਦਾਰ ਰਤਨ ਸਿੰਘ ਜੀ ਪਰਮਾਰ, ਸਰਦਾਰ ਧਰਮ ਸਿੰਘ ਜੀ ਮਣਕੂ, ਸਰਦਾਰ ਅਮਰਜੀਤ ਸਿੰਘ ਜੀ ਕੋਤਰਾ, ਸਰਦਾਰ ਜਗਰੂਪ ਸਿੰਘ, ਸਰਦਾਰ ਗੁਰਦੀਪ ਸਿੰਘ ਜੀ ਬੱਗਾ। ਸੋ ਸਾਧ ਸੰਗਤ ਜੀ, ਆਡਿਟ ਬਹੁਤ ਹੀ ਜਲਦੀ ਸ਼ੁਰੂ ਹੋ ਜਾਵੇਗਾ। ਸੋ ਸਾਧ ਸੰਗਤ ਜੀ, ਇਸ ਦੇ ਨਾਲ ਹੀ ਕੁਛ ਹੋਰ ਜ਼ਰੂਰੀ ਸੂਚਨਾਵਾਂ ਹਨ। ਇੱਕ ਗੱਤਕੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਸਾਧ ਸੰਗਤ ਜੀ। ਸੋ ਬੱਚੇ ਜੋ ਸਤੰਬਰ ਦੇ ਐਂਡ ਵੀਕ ਦੇ ਵਿੱਚ ਬਾਹਰ ਸਟਾਲ ਲੱਗੇਗਾ, ਸੋ ਆਪਾਂ ਬੱਚਿਆਂ ਨੂੰ ਉੱਥੇ ਐਨਰੋਲ ਕਰਾਉਣਾ ਹੈ। ਅਤੇ ਉਹ ਜੋ ਸਿਖਲਾਈ ਹੈ ਸਾਧ ਸੰਗਤ ਜੀ ਉਹ ਖਾਲਸਾ ਸਕੂਲ ਦੇ ਜਿਮ ਵਿੱਚ ਦਿੱਤੀ ਜਾਵੇਗੀ। ਸੋ ਸਰਬਾ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਜਦੋਂ ਬਾਹਰ ਸਟਾਲ ਲੱਗਣ ਉਸ ਤੋਂ ਪਹਿਲਾਂ ਅਨਾਊਂਸਮੈਂਟ ਵੀ ਹੋਵੇਗੀ। ਸੋ ਆਪ ਜ਼ਰੂਰ ਉੱਥੇ ਆਪਣੇ ਬੱਚਿਆਂ ਨੂੰ ਐਨਰੋਲ ਕਰਾਉਣਾ। ਉੱਥੇ ਪ੍ਰੋਪਰ ਕਰਿਕੂਲਮ ਦੇ ਆਧਾਰਿਤ ਸਿਲੇਬਸ ਬਣਾ ਕੇ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਦਿੱਤੀ ਜਾਵੇਗੀ ਸੈਟਰਡੇ ਸੰਡੇ। ਸੋ ਉਹਦੇ ਟਾਈਮਿੰਗ ਅਸੀਂ ਆਉਣ ਵਾਲੇ ਸਮੇਂ ਵਿੱਚ ਅਨਾਊਂਸ ਕਰਾਂਗੇ। ਇੱਕ ਸਾਧ ਸੰਗਤ ਜੀ, ਆਪ ਜੀ ਨਾਲ ਹੋਰ ਬਹੁਤ ਜ਼ਰੂਰੀ ਸਾਂਝ ਪਾਉਣੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਜੋ ਕੈਨੇਡੀਅਨ ਮਿਊਜ਼ੀਅਮ ਫॉर ਹਿਊਮਨ ਰਾਈਟਸ ਵਿਨੀਪੈਗ ਦੇ ਵਿੱਚ ਸੈਟਅਪ ਹੋਇਆ ਹੈ। ਸੋ ਕੈਲਗੀ ਦੇ ਵਿੱਚੋਂ ਬਹੁਤ ਸਾਰੇ ਯੂਥ ਸਿੰਘਾਂ ਨੇ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਗੁਰਿੰਦਰ ਸਿੰਘ ਜੀ ਅਤੇ ਪਲੱਸ ਬਲਪ੍ਰੀਤ ਸਿੰਘ ਜੀ ਜੋ WS ਨੂੰ ਰਿਪਰੈਜ਼ੈਂਟ ਕਰਦੇ ਹਨ ਟੋਰਾਂਟੋ ਤੋਂ, ਉਹਨਾਂ ਵੱਲੋਂ 4 ਸਾਲ ਤੋਂ ਲੰਬੀ ਅਣਥੱਕ ਕੋਸ਼ਿਸ਼ ਕਰਕੇ ਉਸ ਮਿਊਜ਼ੀਅਮ ਦੇ ਵਿੱਚ 18 ਫੁੱਟ ਲੰਬੀ ਇੱਕ ਵਾਲ ਜਿਹੜੀ ਹੈ ਉਹਨਾਂ ਨੇ ਡਿਸਟਰੀਬਿਊਟ ਕੀਤੀ ਹੈ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਵਿੱਚ। ਉੱਥੇ ਕਾਮਾਗਾਟਾ ਮਾਰੂ ਇਹ ਇੱਕ ਪਹਿਲਾ ਜੋ ਚਿੱਤਰਣ ਹੈ ਉਹ ਕਾਮਾਗਾਟਾ ਮਾਰੂ ਦਾ ਉਸ ਮਿਊਜ਼ੀਅਮ ਦੇ ਵਿੱਚ ਕੀਤਾ ਹੈ। ਸੋ ਦੂਸਰਾ ਸਾਧ ਸੰਗਤ ਜੀ, ਜੋ ਦਸਤਾਰ ਅਤੇ ਕਿਰਪਾਨ ਦਾ ਕੇਸ ਸਿੱਖਾਂ ਨਾਲ ਜੋ ਡਿਸਕ੍ਰਿਮੀਨੇਸ਼ਨ ਹੋਈ ਉਹਨੂੰ ਵੀ ਉਹਨਾਂ ਨੇ ਹਿਊਮਨ ਰਾਈਟ ਦਾ ਇੱਕ ਫੈਕਟਰ ਗਿਣਿਆ ਅਤੇ ਉਹਨੂੰ ਵੀ ਉਸ ਕੇਸ ਨੂੰ ਵੀ ਉੱਥੇ ਉਸ ਨਾਲ ਜੁੜੇ ਹੋਏ ਜੋ ਨੁਮਾਇੰਦੇ ਨੇ ਉਹਨਾਂ ਦੀਆਂ ਫੋਟੋਆਂ ਵੀ ਉੱਥੇ ਲਾਈਆਂ ਗਈਆਂ ਨੇ।
ਉਸ ਦੇ ਨਾਲ ਹੀ ਸਾਧ ਸੰਗਤ ਜੀ ਸਭ ਤੋਂ ਵੱਡੀ ਗੱਲ, ਮਨੁੱਖੀ ਅਧਿਕਾਰਾਂ ਦੇ ਇੱਕ ਲਾਈਟ ਹਾਊਸ, ਇੱਕ ਚਾਨਣ ਮਨਾਰਾ, ਜੋ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਫੋਟੋ ਅਤੇ ਉਹਨਾਂ ਨੂੰ ਲਿਖਿਆ ਗਿਆ ਇਹ ਮਨੁੱਖੀ ਅਧਿਕਾਰਾਂ ਦੇ ਚਾਨਣ ਮਨਾਰਾ, ਉਹ ਵੀ ਉੱਥੇ ਸੈਟਅਪ ਹੋਈ ਹੈ। ਸੋ ਸਾਧ ਸੰਗਤ ਜੀ ਇੱਕ ਫੋਟੋ ਉੱਥੇ ਜੋ ਕੈਨੇਡਾ ਵਾਈਡ ਸਾਰੇ ਕੈਨੇਡਾ 'ਚੋਂ ਜਿਹੜਾ ਸਿੱਖ ਯੂਥ ਹੈ ਉਹਨੂੰ ਇੱਕ ਦਰਸਾਉਂਦੀ ਹੋਈ, ਉਸ ਚਿੱਤਰ ਨੂੰ ਦਰਸਾਉਂਦੀ ਹੋਈ ਇੱਕ ਫੋਟੋ ਉੱਥੇ ਸ਼ੋਭਿਤ ਹੋਈ ਹੈ। ਸੋ ਸਾਧ ਸੰਗਤ ਜੀ ਮੈਂ ਇਹਨਾਂ ਸਾਰੇ ਛੱਡਣਾ ਨੇ ਜਿਨ੍ਹਾਂ ਨੇ ਇੰਨੀ ਅਣਥੱਕ ਕੋਸ਼ਿਸ਼ ਕੀਤੀ ਹੈ ਇੱਥੇ ਕਾਰਜ ਕਰਨ ਲਈ, ਕਿਉਂਕਿ ਬਹੁਤ ਵੱਡੀ ਗੱਲ ਹੈ। ਸਾਡੀ ਆਉਣ ਵਾਲੀ ਨਸਲਾਂ ਨੇ ਜਦੋਂ ਵੀ ਕਿਤੇ ਉੱਥੇ ਜਾਣਾ ਹੈ, ਕੈਨੇਡੀਅਨ ਮਿਊਜ਼ੀਅਮ ਫॉर ਹਿਊਮਨ ਰਾਈਟਸ, ਉੱਥੇ ਜ਼ਰੂਰ ਇਹ ਚੀਜ਼ ਜ਼ਰੂਰ ਦੇਖਣ ਨੂੰ ਮਿਲੇਗੀ। ਸੋ ਮੈਂ ਜਿੰਨੇ ਯੂਥ ਦੇ ਸਿੰਘ ਜਿਨ੍ਹਾਂ ਨੇ ਰਲ ਮਿਲ ਕੇ ਬਹੁਤ ਲੰਬੀ ਜਦੋਜਹਿਦ ਕਰਕੇ ਇਹ ਉਪਰਾਲਾ ਕੀਤਾ ਹੈ, ਕਿਉਂਕਿ ਸਾਧ ਸੰਗਤ ਜੀ ਮਿਨਿਸਟਰੀ ਲੈਵਲ ਉੱਤੇ ਜਾ ਕੇ ਇਹਨਾਂ ਗੱਲਾਂ ਨੂੰ ਪ੍ਰੂਵ ਕਰਾਉਣਾ, ਜਿੱਥੇ ਤੁਹਾਡੇ ਅੱਗੇ ਐਂਟੀ ਗੌਰਮੈਂਟ ਸੋਰਸਿਸ ਹੋਣ ਤੁਹਾਨੂੰ ਧੱਕਣ ਲਈ ਪਿੱਛੇ, ਸੋ ਇਹ ਬਹੁਤ ਹੀ ਮੈਂ ਸ਼ਲਾਘਾਯੋਗ ਕਦਮ ਹੈ। ਮੈਂ ਸਾਰਿਆਂ ਨੂੰ ਹੀ ਬਹੁਤ ਵਧਾਈ ਦਿੰਦਾ ਹਾਂ। ਸੋ ਸਾਧ ਸੰਗਤ ਜਿਸ ਤਰ੍ਹਾਂ ਉਹਨਾਂ ਨੇ ਅਗਲਾ ਪ੍ਰੋਗਰਾਮ ਪਹਿਲਾਂ ਅਨਾਊਂਸ ਕੀਤਾ ਹੈ, ਸੋ ਆਓ ਆਪਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਮਾਲੇ ਵਾਲੇ, ਉਹਨਾਂ ਕੋਲ ਆਪਾਂ ਕਥਾ ਸਰਵਣ ਕਰੀਏ। ਸੋ ਇੱਕ ਦੇ ਨਾਲ ਹੀ ਸਾਧ ਸੰਗਤ ਜੀ ਇੱਕ ਜ਼ਰੂਰੀ ਸੂਚਨਾ ਮੈਂ ਹੋਰ ਦੇਣੀ ਭੁੱਲ ਗਿਆ ਹਾਂ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ ਇਹਨਾਂ ਨੇ ਇੱਕ ਪ੍ਰੋਗਰਾਮ ਕਰਾ ਰਿਹਾ ਜਿਹਾ ਫੈਮਿਲੀ ਫੋਰਮ ਜੈਨਸਿਸ ਸੈਂਟਰ ਵਿਖੇ ਸ਼ਨੀਵਾਰ ਨੂੰ 4 ਅਕਤੂਬਰ ਨੂੰ ਸਵੇਰੇ 9 ਵਜੇ ਤੋਂ 12:30 ਵਜੇ ਤੱਕ। ਇਹ ਅੰਗਰੇਜ਼ੀ ਅਤੇ ਪੰਜਾਬੀ 'ਚ ਹੋਵੇਗਾ। ਇੱਥੇ ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ, ਬੱਚਿਆਂ ਨੂੰ ਸਕੂਲ ਵਿੱਚ ਕਾਮਯਾਬ ਕਿਵੇਂ ਕਰਨਾ ਹੈ, ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਕਿਵੇਂ ਜੋੜਨਾ ਹੈ, ਕੈਨੇਡਾ ਵਿੱਚ ਵਧੀਆ ਸੈਟਲ ਕਿਵੇਂ ਹੋਣਾ ਹੈ, ਪਰਿਵਾਰਕ ਰਿਸ਼ਤਿਆਂ ਨੂੰ ਕਿਵੇਂ ਮਜ਼ਬੂਤ ਕਰਨਾ ਹੈ। ਸੋ ਕਾਫੀ ਵਧੀਆ ਇਹਨਾਂ ਦੇ ਟੌਪਿਕ ਹਨ। ਸੋ ਆਪਾਂ ਉੱਥੇ ਵੀ ਜਾ ਕੇ ਉਹਨਾਂ ਨੂੰ ਹੁੰਗਾਰਾ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਭਾਵਹਿ ਪ੍ਰਭ ਮੱਥਾ ਹਰ ਜਸ ਲਿਖ ਹੈ ਬੇਅੰਤ ਸੋ ਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁਖ ਲੱਥਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਿਹ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸਵੈ ਸਕੈ ਨ ਕੋਈ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿਖੇ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ,
ਬੜੀ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ। ਗੁਰੂ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਕਥਾ ਕੀਰਤਨ ਹਰੀ ਜਾਸ ਨਾਲ ਆਪ ਜੁੜੇ ਬੈਠੇ ਹੋ। ਐਤਵਾਰ ਦਾ ਦਿਹਾੜਾ ਹੈ ਔਰ ਇਸ ਦਿਨ ਵਿਸ਼ੇਸ਼ ਦੀਵਾਨ ਲਗਭਗ ਸਾਰੇ ਗੁਰੂ ਧਾਮਾਂ ਵਿੱਚ, ਸ਼ਹਿਰਾਂ, ਨਗਰਾਂ, ਪਿੰਡਾਂ ਵਿੱਚ ਹੁੰਦੇ ਹਨ। ਇਸ ਸਥਾਨ ਦੇ ਵੀ ਵਿਸ਼ੇਸ਼ ਦੀਵਾਨ ਅੱਜ ਸਜਿਆ ਹੈ। ਪੰਥ ਦੇ ਪ੍ਰਸਿੱਧ ਢਾਡੀ ਸਿੰਘਾਂ ਨੇ ਜੋਸ਼ੀਲੀਆਂ ਵਾਰਾਂ ਸਰਵਣ ਕਰਾਈਆਂ ਹਨ। ਭਾਵੇਂ ਕਿ ਨਿਯਮ ਐਸਾ ਹੈ ਕਿ ਪਹਿਲਾਂ ਕੀਰਤਨ ਹੋਵੇ, ਫਿਰ ਕਥਾ ਹੋਵੇ, ਉਸ ਤੋਂ ਬਾਅਦ ਢਾਡੀ ਸਿੰਘ ਲੱਗਣ ਤੇ ਮਾਹੌਲ ਦਾ ਇੱਕ ਸਿਸਟਮ ਬਣਦਾ ਹੈ। ਵੀਰ ਰਸ ਜਦੋਂ ਗਾਇਆ ਜਾ ਰਿਹਾ ਹੋਵੇ, ਉਸ ਤੋਂ ਬਾਅਦ ਸ਼ਾਂਤਮਈ ਕਥਾ ਜਿਹੜੀ ਹੈ ਉਹਨੂੰ ਸਮਝਣ ਲਈ, ਉਸ ਸੁਰਤ ਨੂੰ ਉੱਥੇ ਟਿਕਾਣ ਲਈ ਥੋੜ੍ਹਾ ਟਾਈਮ ਲੱਗ ਜਾਂਦਾ। ਪਰ ਗੁਰੂ ਸਾਹਿਬ ਜੀ ਦੇ ਵੱਸ ਸਾਰਾ ਕੁਝ ਹੈ। ਮਹਾਰਾਜ ਕਿਰਪਾ ਕਰ ਦੇਣ, ਸਰੋਤੇ ਦੀ ਔਰ ਬਖਤੇ ਦੀ ਸੁਰਤ ਜੁੜ ਜਾਵੇ ਤੇ ਕਥਾ ਸੱਚਖੰਡ ਵਿੱਚ ਲੈ ਜਾਂਦੀ ਹੈ। ਕਥਾ ਦੇ ਬਾਬਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ, ਸਭ ਤੇ ਉਤਮ ਹਰ ਕੀ ਕਥਾ। ਕਥਾ ਦੇ ਅੱਖਰੀ ਅਰਥ ਹਨ ਕਥਨ ਕਰਨਾ। ਕਥਨ ਦਾ ਜੋ ਕ ਅੱਖਰ ਹੈ, ਪਹਿਲਾ ਕੱਕਾ ਅੱਖਰ, ਉਹ ਕੰਠ ਤੋਂ ਨਿਕਲਦਾ ਹੈ। ਜਦੋਂ ਅਸੀਂ ਕੱਕਾ ਬੋਲਦੇ ਹਾਂ ਤਾਂ ਆਹ ਜਿਹੜੀ ਘੰਟੀ ਹੈ, ਇੱਥੋਂ ਆਵਾਜ਼ ਆਉਂਦੀ ਹੈ। ਇਹ ਪਰਮਾਤਮਾ ਨੇ ਬੋਲਣ ਦੀ ਸਭ ਤੋਂ ਵੱਡੀ ਸਮਝੋ ਮਸ਼ੀਨ ਲਾਈ ਹੋਈ ਹੈ ਸਾਡੇ ਅੰਦਰ। ਤੇ ਇਹ ਕੱਕਾ ਅੱਖਰ ਉਚਾਰਨ ਕਰਦੀ ਹੈ, ਜਿਹਦਾ ਪੰਜਾਬੀ 'ਚ ਆਮ ਕਹਿ ਦਿੰਦੇ ਨੇ ਕਹਿਣਾ, ਪੰਜਾਬੀ 'ਚ ਮਾਝੇ ਵਾਲੇ ਕਹਿ ਦਿੰਦੇ ਨੇ ਕੂਣਾ, ਬੋਲਣਾ, ਆਖਣਾ। ਤੇ ਕਥਨ ਦਾ ਅਰਥ ਹੈ ਪਰਮਾਤਮਾ ਦੇ, ਵਾਹਿਗੁਰੂ ਦੇ, ਨਿਰੰਕਾਰ ਦੇ ਗੁਣਾਂ ਦਾ ਕਥਨ ਕਰਨਾ। ਜਿਸ ਪ੍ਰਭੂ ਪਰਮਾਤਮਾ ਨੇ ਇਹ ਸੰਸਾਰ ਰਚਿਆ ਹੈ, ਜਿਸ ਪਰਮਾਤਮਾ ਨੇ 84 ਲੱਖ ਜੂਨਾਂ ਨੂੰ ਜਨਮ ਦਿੱਤਾ ਹੈ, ਜਿਹੜਾ ਪਰਮਾਤਮਾ ਸਾਰਿਆਂ ਜੀਆਂ ਦੀ ਪਾਲਣਾ ਕਰ ਰਿਹਾ ਹੈ, ਜਿਸ ਪਰਮਾਤਮਾ ਵਿੱਚੋਂ ਪੈਦਾ ਹੋਈ ਸ੍ਰਿਸ਼ਟੀ ਜਿਸ ਪਰਮਾਤਮਾ ਵਿੱਚ ਹੀ ਲੀਨ ਹੁੰਦੀ ਹੈ, ਤਾਂ ਹੀ ਤੇ ਉਪਜ ਸਭ ਹੈ, ਤਾਂ ਹੀ ਮੈਂ ਸਮਾਹੇਂਗੇ। ਉਹ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਿਹੜਾ ਆਦ ਅੰਤ ਸਾਡਾ, ਜਿਹਦਾ ਕਹਿ ਲਓ ਵੀ ਜਿਹਦੇ ਤੋਂ ਬਿਨਾਂ ਅਸੀਂ ਹੈ ਹੀ ਨਹੀਂ, ਨਾ ਉਸ ਤੋਂ ਬਿਨਾਂ ਸਾਡਾ ਜਨਮ ਹੋ ਸਕਦਾ ਹੈ, ਨਾ ਉਸ ਤੋਂ ਬਿਨਾਂ ਸਾਡਾ ਜੀਵਨ ਹੋ ਸਕਦਾ ਹੈ, ਤੇ ਨਾ ਹੀ ਉਸ ਤੋਂ ਬਿਨਾਂ ਸਾਡੀ ਮੁਕਤੀ ਹੋ ਸਕਦੀ ਹੈ। ਉਹ ਪਰਮਾਤਮਾ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਦਾ ਬਖਿਆਨ ਕਰਨਾ, ਇਹਨੂੰ ਕਹਿੰਦੇ ਆ ਕਥਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਕਥਾ ਕੀ ਹੁੰਦੀ ਹੈ? ਤੇ ਸਤਿਗੁਰਾਂ ਨੇ ਕਥਾ ਦੇ ਸੰਬੰਧ ਵਿੱਚ ਬੜੇ ਲੰਮੇ ਚੌੜੇ ਵਿਸਥਾਰ ਦੇ ਬਚਨ ਕਹੇ ਨੇ। ਮਹਾਰਾਜ ਕਹਿੰਦੇ ਵੀ ਭਾਈ 14 ਗੁਣ ਕਥਾ ਕਰਨ ਵਾਲੇ 'ਚ ਹੁੰਦੇ ਆ, 14 ਹੀ ਸੁਣਨ ਵਾਲੇ 'ਚ ਹੁੰਦੇ ਆ। 14 ਗੁਣਾਂ ਵਾਲਾ ਵਕਤਾ ਹੁੰਦਾ, 14 ਗੁਣਾਂ ਵਾਲਾ ਹੀ ਸਰੋਤਾ ਹੁੰਦਾ। ਜੇ 14 ਗੁਣਾਂ ਵਾਲਾ ਵਕਤਾ ਲੱਭ ਜਾਏ ਤੇ 14 ਵਾਲਾ ਹੀ ਸਰੋਤਾ ਲੱਭ ਜਾਏ, ਤੇ ਉਹ ਕਥਾ ਦੋਵਾਂ ਨੂੰ ਸੱਚਖੰਡ 'ਚ ਲੈ ਜਾਂਦੀ ਹੈ। ਉਹ ਪਰਮਾਤਮਾ ਦੇ ਦੇਸ਼ 'ਚ ਪਹੁੰਚਾ ਦਿੰਦੀ ਹੈ, ਨਿਰੰਕਾਰ ਦੇ ਦੇਸ਼ ਲੈ ਜਾਂਦੀ ਹੈ। ਅੱਜ ਇੱਥੇ ਕਥਾ ਦਰਬਾਰ ਹੋ ਰਿਹਾ ਹੈ। ਸੁਚੱਜੇ ਪ੍ਰਬੰਧਕ ਸਾਹਿਬਾਨਾਂ ਨੇ, ਗੁਰਦੁਆਰਾ ਸਾਹਿਬ ਜੀ ਦੇ ਗੁਰਮੁਖ ਪਿਆਰਿਆਂ ਨੇ ਸੰਗਤਾਂ ਨੂੰ ਦੱਸਿਆ ਹੋਇਆ ਵੀ ਅੱਜ ਕਥਾ ਦਰਬਾਰ ਹੋਣਾ, ਔਰ ਕਥਾ ਦੇ ਹਾਜ਼ਰੀਆਂ ਭਰਨ ਵਾਲੇ ਗੁਰਮੁਖਾਂ ਨੂੰ ਸਾਰਿਆਂ ਨੂੰ ਸੱਦਿਆ, ਵਿਦਵਾਨਾਂ ਨੂੰ। ਦਾਸ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ ਜੀ ਨੇ ਇਹ ਕਥਾ ਦੀ ਮਰਜ਼ਾਦਾ ਚਲਾਈ ਹੈ। ਜਿੱਥੇ ਭਾਈ ਮਰਦਾਨੇ ਤੋਂ ਮਹਾਰਾਜ ਕੀਰਤਨ ਕਰਵਾਉਂਦੇ ਸਨ, ਅੰਮ੍ਰਿਤਮਈ ਬਾਣੀ ਦਾ ਜੋ ਮਹਾਰਾਜ ਭਾਈ ਮਰਦਾਨਾ ਜੀ ਗਾਇਨ ਕਰਦੇ ਸੀ, ਸਤਿਗੁਰੂ ਕੀਰਤਨ ਕਰਦੇ ਸੀ, ਉਹਦੇ ਨਾਲ ਨਾਲ ਸਤਿਗੁਰੂ ਜ਼ਬਾਨੀ ਵੀ ਸਿੱਖਾਂ ਨੂੰ ਉਪਦੇਸ਼ ਦਿੰਦੇ ਸੀ।
ਆਖੋ ਸ੍ਰੀ ਵਾਹਿਗੁਰੂ। ਕਥਾ ਇਹ ਹੀ ਨਹੀਂ ਵੀ ਕਿਸੇ ਸਟੇਜ ਦੇ ਉੱਤੇ ਹੀ ਬੜਾ ਵਧੀਆ ਸਾਊਂਡ ਸਿਸਟਮ ਹੋਵੇ, ਬਹੁਤ ਵਧੀਆ ਪ੍ਰਬੰਧ, ਤਾਂ ਹੀ ਕਥਾ ਹੁੰਦੀ ਹੈ। ਇਹ ਤਾਂ ਹੁਣ ਚੱਲੀਆਂ ਚੀਜ਼ਾਂ। ਕਥਾ ਅਨਾਦਿ ਕਾਲ ਤੋਂ ਚਲੀ ਆ ਰਹੀ ਹੈ। ਮਹਾਂਪੁਰਸ਼ ਸਾਧੂ ਸੰਤ ਜੋ ਆਪਣੀ ਰਸਨਾ ਤੋਂ ਆਪਣੇ ਅਨੁਭਵ ਦੇ ਬਚਨ ਬੋਲਦੇ ਹਨ, ਜੋ ਉਹਨਾਂ ਨੇ ਕਮਾਈ ਕੀਤੀ ਹੁੰਦੀ ਹੈ, ਉਹ ਕਮਾਏ ਹੋਏ ਬਚਨ ਜਦੋਂ ਜਗਿਆਸੂਆਂ ਨੂੰ ਸੁਣਾਉਂਦੇ ਹਨ, ਉਸ ਨੂੰ ਕਥਾ ਕਹਿੰਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਕਿਸੇ ਨੂੰ ਉਪਦੇਸ਼ ਦਿੰਦੇ ਸੀ, ਉਹ ਕਥਾ ਹੁੰਦੀ ਸੀ। ਸੰਗਤ 'ਚ ਬਹਿ ਕੇ ਬੜੇ ਬੜੇ ਅਣਮੁੱਲੇ ਬਚਨ ਮਹਾਰਾਜ ਕਿਹਾ ਕਰਦੇ ਸੀ। ਕਦੀ ਤੁਸੀਂ ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀਆਂ ਪੜ੍ਹੋ, ਤਾਂ ਉਹ ਬਚਨ ਜਿਹੜੇ ਮਹਾਰਾਜ ਨੇ ਜ਼ਬਾਨੀ ਕਹੇ ਨੇ, ਉਹ ਸਾਨੂੰ ਪ੍ਰਾਪਤ ਹੁੰਦੇ ਨੇ। ਜਿੱਥੇ ਜਿੱਥੇ ਕਿਸੇ ਨੇ ਕੋਈ ਸਵਾਲ ਕੀਤਾ, ਮਹਾਰਾਜ ਨੇ ਉਹਦਾ ਜਵਾਬ ਦਿੱਤਾ, ਉਹ ਕਥਾ ਦੀ ਪ੍ਰਪਾਰਟੀ ਚੱਲੀ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਤਾਂ ਕਥਾ ਨੂੰ ਲਿਖਤੀ ਰੂਪ ਵੀ ਦਿਵਾਇਆ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਭਾਈ ਬਾਲਾ ਜੀ ਆਉਂਦੇ ਨੇ, ਸਤਿਗੁਰਾਂ ਨੂੰ ਮਿਲਦੇ ਨੇ, ਔਰ ਕੁਦਰਤਨ ਉਸ ਦਿਨ ਕੱਤਕ ਦੀ ਪੂਰਨਮਾਸ਼ੀ ਦਾ ਦਿਨ ਹੈ। ਕੱਤਕ ਦੀ ਪੂਰਨਮਾਸ਼ੀ ਦਾ ਦਿਨ ਭਾਈ ਗੁਰਦਾਸ ਜੀ ਦੀ ਬਾਣੀ 'ਚ ਵਿਸ਼ੇਸ਼ ਕਰਕੇ ਲਿਖਿਆ ਗਿਆ। ਉਹ ਕਹਿੰਦੇ, ਕਾਰਤਕ ਮਾਸ ਰੁੱਤ ਸ਼ਰਦ ਪੂਰਨਮਾਸ਼ੀ, 8 ਜਾਮ 60 ਕਰੀ, ਆਜ ਤੇਰੀ ਬਾਰੀ ਹੈ। ਭਾਈ ਗੁਰਦਾਸ ਜੀ ਦੇ ਕਵਿਤਾਂ ਵਿੱਚ ਕਾਰਤਕ ਮਾਸ, ਕੱਤਕ ਦਾ ਮਹੀਨਾ, ਪਵਿੱਤਰ ਦਿਹਾੜਾ ਹੈ। ਕਾਰਤਕ ਮਾਸ ਰੁੱਤ ਸ਼ਰਦ, ਸ਼ਰਦ ਰੁੱਤ ਹੈ, ਪੂਰਨਮਾਸ਼ੀ ਦਾ ਦਿਨ ਹੈ। 8 ਜਾਮ 60 ਕਰੀ, 8 ਪਹਿਰ 60 ਕਰੀਆਂ, ਅੱਜ ਮੇਰੇ ਪਰਮੇਸ਼ਰ ਤੇਰੇ ਆਉਣ ਦਾ ਟਾਈਮ ਹੈ। ਗੁਰੂ ਨਾਨਕ ਸਾਹਿਬ ਦੇ ਅਵਤਾਰ ਦਾ ਦਿਹਾੜਾ ਹੈ ਕੱਤਕ ਦੀ ਪੂਰਨਮਾਸ਼ੀ। ਭਾਈ ਬਾਲਾ ਜੀ ਉਸੇ ਦਿਨ ਆਏ ਨੇ ਗੁਰੂ ਸਾਹਿਬ ਜੀ ਦੇ ਕੋਲ, ਨਮਸਕਾਰ ਕੀਤੀ ਹੈ। ਬੜੇ ਪਿਆਰ ਦੇ ਬਚਨ ਸ੍ਰੀ ਗੁਰੂ ਅੰਗਦ ਸਾਹਿਬ ਪੁੱਛਦੇ ਨੇ ਕਿ ਗੁਰਮੁਖੋ ਕਿੱਥੋਂ ਆਏ ਹੋ? ਉਹ ਕਹਿੰਦੇ, ਗਰੀਬ ਨਵਾਜ, ਮੇਰਾ ਜਨਮ ਰਾਏ ਭੋਏ ਦੀ ਤਲਵੰਡੀ ਦਾ ਹੈ, ਜਿੱਥੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਗਰ ਹੈ। ਤੇ ਮਹਾਰਾਜ ਪੁੱਛਦੇ, ਤੁਸੀਂ ਉਹਨਾਂ ਦੇ ਦਰਸ਼ਨ ਕੀਤੇ, ਸੰਗਤ ਕੀਤੀ ਹੈ? ਉਹ ਕਹਿੰਦੇ, ਹਾਂ ਗਰੀਬ ਨਵਾਜ, ਸਾਰਾ ਜੀਵਨ ਮੈਂ ਉਹਨਾਂ ਦੇ ਨਾਲ ਰਿਹਾ ਹਾਂ। ਤੇ ਅਗਲਾ ਸਵਾਲ ਫਿਰ ਸਤਿਗੁਰੂ ਕਹਿੰਦੇ ਹੈ, ਭਾਈ ਬਾਲਾ ਜੀ, ਜਿਹੜੇ ਜਿਹੜੇ ਤੁਸੀਂ ਕੌਤਕ ਦੇਖੇ ਹੋ ਤਾਂ ਸਾਨੂੰ ਸੁਣਾਓ। ਇਹ ਨਿਯਮ ਹੈ ਕੁਦਰਤ ਦਾ ਕਿ ਜਿਹਦੇ ਨਾਲ ਸਾਡਾ ਪਿਆਰ ਹੋਏਗਾ ਨਾ, ਉਹਦੀ ਗੱਲ ਸੁਣਨ ਨੂੰ ਜੀ ਕਰਦਾ। ਜਿਹਦੇ ਨਾਲ ਸਾਡਾ ਪਿਆਰ ਨਹੀਂ, ਜਿਹਦੇ ਨਾਲ ਸਾਡੀ ਜਾਣ ਪਛਾਣ ਨਹੀਂ, ਜਿਹੜੇ ਨਾਲ ਸਾਡਾ ਵਾਹ ਵਾਸਤਾ ਨਹੀਂ, ਅਸੀਂ ਉਹਦੀ ਗੱਲ ਨਹੀਂ ਸੁਣਦੇ। ਜਿਹਨੂੰ ਅਸੀਂ ਜਾਣਦੇ ਹਾਂ ਉਹਦੇ ਬਾਰੇ ਪੁੱਛ ਲੈਂਦੇ ਹਾਂ, ਉਹ ਭਾਈ ਸਾਹਿਬ, ਉਹ ਸੱਜਣ ਆਪਣੇ, ਉਹ ਗੁਰਮੁਖ, ਉਹਨਾਂ ਦਾ ਕੀ ਹਾਲ ਹੈ? ਉਹ ਠੀਕ ਨੇ? ਜਿਹਨੂੰ ਜਾਣਦੇ ਨਹੀਂ ਉਹਦੇ ਬਾਰੇ ਨਹੀਂ। ਇਹ ਤਾਂ ਤੁਸੀਂ ਸਾਰੇ ਸਮਝਦਾਰ ਬੈਠੇ ਜਾਣਦੇ ਹੋ। ਤੇ ਜਿਹਦੇ ਨਾਲ ਅੰਤਾਂ ਦਾ ਪਿਆਰ ਹੋਵੇ, ਬਹੁਤ ਜ਼ਿਆਦਾ ਪਿਆਰ ਹੋਵੇ, ਉਹਦੀ ਗੱਲ ਸੁਣਨ ਨੂੰ ਜੀ ਕਰਦਾ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਪਿਆਰ ਕਿਹਦੇ ਨਾਲ ਸੀ? ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲ। ਤੇ ਭਾਈ ਬਾਲੇ ਨੂੰ ਕਹਿਣ ਲੱਗੇ, ਸਾਨੂੰ ਸਾਰੀ ਕਥਾ ਸੁਣਾਓ, ਸਭ ਇਤਿਹਾਸ ਸੁਣਾਓ। ਭਾਈ ਸੰਤੋਖ ਸਿੰਘ ਜੀ ਨੇ ਉਹ ਆਪਣੀ ਕਵਿਤਾ ਵਿੱਚ ਬਚਨ ਅੰਕਿਤ ਕੀਤੇ ਹੈ ਕਿ ਹੇ ਭਾਈ ਬਾਲਾ ਜੀ, ਸਭ ਇਤਿਹਾਸ ਸੁਣਾਓ, ਸਾਰੀ ਕਥਾ ਸੁਣਾਓ। ਤੇ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਥਾ, ਗੁਰੂ ਅੰਗਦ ਸਾਹਿਬ ਜੀ ਦੇ ਕੋਲ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਉਣ ਲੱਗੇ। ਤੇ ਮਹਾਰਾਜ ਨੇ ਇਹ ਸੋਚਿਆ ਵੀ ਅਸੀਂ ਤਾਂ ਸੁਣ ਲਾਂਗੇ, ਆਉਣ ਵਾਲੇ ਸਮੇਂ ਵਿੱਚ ਸਿੱਖ ਕਿਵੇਂ ਸੁਣਨਗੇ? ਦੂਰਦਰਸ਼ੀ ਸਤਿਗੁਰੂ ਜੀ ਨੇ ਉਸੇ ਵੇਲੇ ਲਾਲਾ ਪੰਨੂ ਸਿੱਖ, ਪੈੜਾ ਮੋਖਾ ਸਿੱਖ, ਇਹ ਸਿੱਖਾਂ ਨੂੰ ਬੁਲਾਇਆ। ਜਿਹੜਾ ਪੈੜਾ ਮੋਖਾ ਸੀਗਾ, ਅੱਜ ਬਹੁਤੇ ਗੁਰਮੁਖਾਂ ਨੂੰ ਇਹ ਪਤਾ ਨਹੀਂ ਹੈ ਵੀ ਗੁਰਮੁਖੀ ਅੱਖਰ ਕਿੱਥੋਂ ਪ੍ਰਗਟ ਹੋਏ ਨੇ। ਇਹਨਾਂ ਨੂੰ ਆਪਾਂ ਗੁਰਮੁਖੀ ਕਿਉਂ ਕਹਿੰਦੇ? ਆਮ ਦਾ ਪੰਜਾਬੀ ਅੱਖਰ ਕਹਿੰਦੇ ਆ, ਪਰ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਭਾਸ਼ਾ ਹੈ, ਬੋਲੀ ਹੈ। ਲਿਪੀ ਜਿਹੜੀ ਹੈ ਉਹ ਗੁਰਮੁਖੀ ਹੈ। ਲਿਪੀ ਔਰ ਭਾਸ਼ਾ 'ਚ ਫਰਕ ਸਮਝੋ। ਲਿਪੀ ਲਿਖਣ ਵਾਲੀ, ਜਿਹਦੇ ਨਾਲ ਜਿਹੜੇ ਕੁਝ ਭਾਵਾਂ ਨੂੰ ਅਸੀਂ ਅੰਕਿਤ ਕਰ ਦਿੰਦੇ ਹਾਂ ਪੱਕੇ ਤੌਰ 'ਤੇ, ਉਹ ਲਿਪੀ ਹੈ। ਉਹ ਗੁਰਮੁਖੀ ਜਿਹੜੀ ਹੈ
ਉਹ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤੀ ਹੈ, ਪਰ ਉਹਦਾ ਪ੍ਰਚਾਰ ਗੁਰੂ ਅੰਗਦ ਸਾਹਿਬ ਨੇ ਕੀਤਾ। ਔਰ ਇਹ ਪੁਰਾਤਨ ਗੁਰਸਿੱਖਾਂ ਤੋਂ ਪਤਾ ਲੱਗਦਾ ਹੈ ਵੀ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ 'ਚ ਹੱਟ ਸਾਹਿਬ 'ਤੇ ਬਹਿ ਕੇ ਮੋਦੀ ਖਾਨੇ 'ਚ 13 ਤੋਲਦੇ ਸੀ, ਉਦੋਂ ਗਰੀਬ ਨਵਾਜ਼ ਪਰਉਪਕਾਰ ਦੇ ਬਹੁਤ ਕਾਰਜਾਂ ਵਿੱਚੋਂ ਇਹ ਕੰਮ ਵੀ ਕਰ ਰਹੇ ਸੀ ਵੀ ਧੁਰ ਤੋਂ ਅਕਾਲ ਪੁਰਖ ਨਾਲ ਜੁੜ ਕੇ ਗੁਰਬਾਣੀ ਨੂੰ ਲਿਖਣ ਵਾਸਤੇ ਜਿਹੜੀ ਸਭ ਤੋਂ ਵਧੀਆ ਲਿਪੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਬਹੁਤ ਲਿਪੀਆਂ 'ਚ ਛਪ ਚੁੱਕਾ ਅੱਜ। ਹਿੰਦੀ ਵਿੱਚ ਵੀ ਤੁਸੀਂ ਦਰਸ਼ਨ ਕੀਤੇ ਹੋਣੇ ਆ, ਰੋਮਨ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਹੈ, ਅਰਬੀ ਵਿੱਚ ਵੀ ਹੈ, ਉਰਦੂ ਵਿੱਚ ਵੀ ਦਾਸ ਨੇ ਦਰਸ਼ਨ ਕੀਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ, ਹੋਰ ਵੀ ਕਈ ਲਿਪੀਆਂ, ਸਿੰਧੀ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਹੈ। ਪਰ ਜਿਹੜਾ ਸ਼ੁੱਧ ਪਾਠ ਗੁਰਮੁਖੀ ਲਿਪੀ 'ਚ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦਾ, ਉਹ ਦੂਜੀਆਂ ਲਿਪੀਆਂ 'ਚ ਨਹੀਂ ਹੋ ਸਕਦਾ। ਇਹ ਜਿਹੜੇ ਥੋੜ੍ਹਾ ਜਿਹਾ ਵੀ ਭੇਦ ਜਾਣਦੇ ਉਹਨਾਂ ਨੂੰ ਪਤਾ। ਜਿਹੜਾ ਸ਼ੁੱਧ ਪਾਠ ਗੁਰੂ ਗ੍ਰੰਥ ਸਾਹਿਬ ਦਾ, ਗੁਰਬਾਣੀ ਦਾ ਗੁਰਮੁਖੀ ਲਿਪੀ 'ਚ ਲਿਖਿਆ ਹੋਏ ਉਹ ਪੜ੍ਹਿਆ ਜਾਂਦਾ। ਉਹ ਉਚਾਰਨ ਨਾ ਤੁਸੀਂ ਰੋਮਨ 'ਚ ਕਰ ਸਕਦੇ ਹੋ, ਨਾ ਦੇਵਨਾਗਰੀ 'ਚ ਕਰ ਸਕਦੇ ਹੋ, ਨਾ ਉਰਦੂ ਲਿਪੀ 'ਚ ਕਰ ਸਕਦੇ ਹੋ। ਉਹ ਤੁਹਾਨੂੰ ਗੁਰਮੁਖੀ ਵਿੱਚ ਹੀ ਸ਼ੁੱਧ ਪਾਠ ਹੋਏਗਾ। ਇਸ ਵਾਸਤੇ ਗੁਰੂ ਸਾਹਿਬ ਜੀ ਅਕਾਲ ਪੁਰਖ ਨਾਲ ਜੁੜ ਕੇ ਜਿਹੜੀ ਬਹੁਤ ਵੱਡੀ ਇਹ ਲਿਪੀ ਸੀ ਗੁਰੂ ਗ੍ਰੰਥ ਸਾਹਿਬ ਵਾਸਤੇ, ਉਹ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤੀ ਸੁਲਤਾਨਪੁਰ ਸਾਹਿਬ। ਅਤੇ ਉਹਨਾਂ ਤੋਂ ਸਿੱਖੀ ਸੀ ਭਾਈ ਪੈੜੇ ਮੋਖੇ ਨੇ। ਜਿਹੜੀ ਗੁਰਬਾਣੀ ਲਿਖਣ ਦੀ ਪ੍ਰਣਾਲੀ ਚੱਲਦੀ ਹੈ ਨਾ, ਜਾਂ ਗੁਰਮੁਖੀ ਅੱਖਰਾਂ ਵਿੱਚ, ਉਹ ਪੁਰਾਤਨ ਗੁਰਸਿੱਖਾਂ ਤੋਂ, ਮਹਾਂਪੁਰਸ਼ਾਂ ਤੋਂ ਜਿਵੇਂ ਅਸੀਂ ਸੁਣਦੇ ਆ ਰਹੇ ਹਾਂ ਵੀ ਭਾਈ ਪੈੜੇ ਮੋਖੇ ਨੇ ਸੁਲਤਾਨਪੁਰ ਸਾਹਿਬ ਹੀ ਗੁਰਮੁਖੀ ਅੱਖਰ ਗੁਰੂ ਨਾਨਕ ਸਾਹਿਬ ਤੋਂ ਸਿੱਖੇ ਸੀ। ਹੋਰ ਵੀ ਕਈ ਗੁਰਸਿੱਖਾਂ ਨੇ ਸਿੱਖੇ ਸੀ, ਪਰ ਉਹਨਾਂ ਵਿੱਚੋਂ ਸਭ ਤੋਂ ਵਧੀਆ ਲਿਖਾਈ ਜਿਹੜੀ ਹੈ ਉਹ ਭਾਈ ਪੈੜੇ ਮੋਖੇ ਦੀ ਸੀ। ਭਾਈ ਪੈੜਾ ਮੋਖਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਿਕਟਵਰਤੀ ਸਿੱਖ, ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਬੁਲਾ ਲਿਆ ਅਤੇ ਭਾਈ ਬਾਲਾ ਜੀ ਨੂੰ ਕਿਹਾ ਤੁਸੀਂ ਕਥਾ ਸੁਣਾਓ। ਅੱਜ ਕੱਲ੍ਹ ਤਾਂ ਮੀਡੀਆ ਹੈ, ਸਾਡੇ ਕੋਲ ਟੇਪ ਕਰਨ ਦੇ ਸਾਧਨ ਨੇ, ਕੈਸਟਾਂ ਬਣ ਜਾਂਦੀਆਂ, ਸੀਡੀਆਂ ਬਣ ਜਾਂਦੀਆਂ ਨੇ, ਇੰਟਰਨੈਟ 'ਤੇ ਮਿੰਟ ਵਿੱਚ ਅਸੀਂ ਮੀਡੀਆ ਦੇ ਰਾਹੀਂ ਆਪਣੀ ਕਥਾ ਨੂੰ ਪਹੁੰਚਾ ਰਹੇ ਹਾਂ। ਉਸ ਵੇਲੇ ਸਿਰਫ ਲਿਖਣ ਦਾ ਇੱਕ ਤਰੀਕਾ ਸੀਗਾ। ਅਤੇ ਮਹਾਰਾਜ ਸੋਚਿਆ ਵੀ ਜੇ ਅਸੀਂ ਤਾਂ ਕਥਾ ਸੁਣ ਲਵਾਂਗੇ, ਆਉਣ ਵਾਲੇ ਸਿੱਖ ਕਿਵੇਂ ਸੁਣਨਗੇ, ਉਹਨਾਂ ਦਾ ਵੀ ਭਲਾ ਹੋਵੇਗਾ। ਤਾਂ ਗੁਰੂ ਸਾਹਿਬ ਜੀ ਦੀ, ਗੁਰੂ ਨਾਨਕ ਸਾਹਿਬ ਜੀ ਦੀ ਸਰਗੁਣ ਅਵਤਾਰ ਦੀ ਜੋ ਕਥਾ ਹੈ, ਜਨਮ ਤੋਂ ਲੈ ਕੇ ਜੋਤੀ ਜੋਤ ਸਮਾਣ ਤੱਕ ਦੀ, ਉਹ ਭਾਈ ਬਾਲਾ ਜੀ ਸੁਣਾ ਰਹੇ ਨੇ, ਗੁਰੂ ਅੰਗਦ ਸਾਹਿਬ ਜੀ ਸੁਣ ਰਹੇ ਨੇ। ਨਾਲ ਕਿਹੜੇ ਕਿਹੜੇ ਸਰੋਤੇ ਬੈਠੇ ਨੇ, ਕਿਉਂਕਿ ਕਥਾ ਦੇ ਸਰੋਤੇ ਵੀ ਜਿਹੜੇ ਨਾ, ਜਿਹੜੇ 14 ਗੁਣ ਲਿਖੇ ਆ ਨਾ ਜੀ ਸਰੋਤੇ ਦੇ, ਉਹਦੇ ਵਿੱਚ ਸਾਰੇ ਦਾ ਮੈਂ ਹੁਣ ਨਹੀਂ ਸੁਣਾਵਾਂਗਾ, ਕਦੀ ਕਥਾ ਵਿੱਚ ਹੀ ਵਿਚਾਰ ਕਰਾਂਗੇ। ਉਹਦੇ 'ਚ ਇੱਕ ਗੁਣ ਇਹ ਹੈ ਸਰੋਤੇ ਦਾ ਵੀ ਸਰੋਤਾ ਬਹੁਤ ਕੁਝ ਸੁਣ ਚੁੱਕਿਆ ਹੋਵੇ। ਇੱਕ ਗੁਣ ਇਹ ਹੈ ਉਹਨੇ ਬਹੁਤ ਕੁਝ ਸੁਣਿਆ ਹੋਵੇ, ਬਹੁਤ ਸਾਰੇ ਗ੍ਰੰਥ ਸੁਣੇ ਹੋਣ, ਬਹੁਤ ਸਾਰੇ ਸੱਜਣਾ ਦੇ ਵਿਚਾਰ ਸੁਣੇ ਹੋਣ। ਜ਼ਿਆਦਾ ਸੁਣਿਆ ਹੋਏਗਾ ਅਤੇ ਸੁਲਝਿਆ ਵੀ ਹੋਏਗਾ ਉਹ। ਮੈਂ ਕਈ ਵਾਰੀ ਦੇਖਿਆ ਹੈ, ਅਸੀਂ ਕੋਈ ਨਵੀਂ ਗੱਲ ਸਟੇਜ 'ਤੇ ਸੁਣਾ ਦਈਏ ਨਾ, ਅਸੀਂ ਤਾਂ ਰੋਜ਼ ਹੀ ਸੁਣਾਉਣੀ ਹੁੰਦੀ ਹੈ ਉਹ, ਪਰ ਕਈ ਸੱਜਣ ਮਿਲਦੇ ਆ, ਉਹ ਕਹਿੰਦੇ ਗਿਆਨੀ ਜੀ ਆਹ ਤਾਂ ਅਸੀਂ ਪਹਿਲੀ ਵਾਰ ਸੁਣੀ ਹੈ। ਉਹਨਾਂ ਦੇ ਜਦੋਂ ਕਹਿਣ ਦਾ ਇਹ ਹਾਵ ਭਾਵ ਇਹ ਹੁੰਦਾ ਵੀ ਤੁਸੀਂ ਕੋਲੋਂ ਹੀ ਸੁਣਾਤੀ, ਐਵੇਂ ਹੀ ਵੀ ਇਹ ਤਾਂ ਗੱਲ ਹੈ ਹੀ ਕੋਈ ਨਹੀਂ, ਅਸੀਂ ਤਾਂ ਪਹਿਲੀ ਵਾਰ ਸੁਣੀ ਹੈ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਸੂਝਵਾਨ ਸਰੋਤੇ ਹੋ, ਮੇਰਾ ਕਸੂਰ ਨਹੀਂ, ਪਹਿਲਾਂ ਸੁਣ ਲੈਣੀ ਸੀ ਕਿਤੋਂ। ਜੇ ਅੱਜ ਪਹਿਲੀ ਵਾਰ ਸੁਣੀ ਹੈ ਤਾਂ ਦੁਬਾਰਾ ਵੀ ਕਦੀ ਸੁਣਨ ਨੂੰ ਮਿਲੇਗੀ, ਐਸੀ ਕੋਈ ਗੱਲ ਨਹੀਂ। ਜਿਹੜੀ ਗੱਲ ਪਹਿਲੀ ਵਾਰ ਸੁਣੀ ਹੈ ਹੁਣ ਦੁਬਾਰਾ ਵੀ ਸੁਣ ਲੈਣਾ। ਪਰ ਇਹ ਨਹੀਂ ਹੁੰਦਾ ਵੀ ਜਿਹੜੀ ਅੱਜ ਪਹਿਲੀ ਵਾਰ ਸੁਣੀ ਹੈ ਉਹ ਗੱਲ ਹੈ ਹੀ ਨਹੀਂ। ਇਹ ਤਾਂ ਜ਼ਰੂਰੀ ਨਹੀਂ ਨਾ ਵੀ ਜਿਹੜੀ ਆਪਾਂ ਪਹਿਲੀ ਵਾਰ ਸੁਣੀ ਹੈ ਉਹ ਗੱਲ ਹੈ ਹੀ ਨਹੀਂ। ਜਿਹੜੀ ਪਹਿਲੀ ਵਾਰ ਸੁਣੀ ਹੈ ਉਹ ਦੂਜੀ ਵਾਰ ਵੀ ਸੁਣਨ ਦਾ ਮੌਕਾ ਪਰਮਾਤਮਾ ਦੇਵੇਗਾ। ਸੋ ਸਰੋਤਾ ਜਿਹੜਾ ਹੈ ਉਹ ਬਹੁਤ ਕੁਝ ਸੁਣ ਚੁੱਕਾ ਹੋਵੇ, ਔਰ ਉਹਨਾਂ ਸਰੋਤਿਆਂ 'ਚ ਕਿਹੜੇ ਕਿਹੜੇ ਸਰੋਤੇ ਬੈਠੇ ਕਥਾ ਸੁਣਨ। ਭਾਈ ਸੰਤੋਖ ਸਿੰਘ ਜੀ ਲਿਖਦੇ, ਇੱਕ ਤਾਂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਖੁਦ ਸਰੋਤੇ ਹੈ,
ਕਥਾ ਸੁਣਨ ਦਾ ਮਾਤਮ ਇੱਥੋਂ ਸਮਝ ਲਓ ਵੀ ਜੇ ਗੁਰੂ ਅੰਗਦ ਸਾਹਿਬ ਕਥਾ ਸੁਣ ਰਹੇ ਆ ਤੇ ਸਾਨੂੰ ਕਿਉਂ ਨਹੀਂ ਸੁਣਨੀ ਚਾਹੀਦੀ। ਜੇ ਗੁਰੂ ਅੰਗਦ ਸਾਹਿਬ ਪਰਮੇਸ਼ਰ ਆਪ ਕਥਾ ਸੁਣ ਰਹੇ ਆ, ਜਿਹੜੀ ਸਤਿਗੁਰੂ ਕਿਰਿਆ ਕਰ ਰਹੇ ਉਹ ਸਾਡੇ ਲਈ ਵੀ ਕਲਿਆਣਕਾਰੀ ਹੈ, ਸਾਨੂੰ ਸਾਰਿਆਂ ਨੂੰ ਸੁਣਨੀ ਚਾਹੀਦੀ ਹੈ। ਫਿਰ ਦੂਸਰੇ ਸਰੋਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਵੀ ਉੱਥੇ ਹੀ ਸਨ। ਉਦੋਂ ਉਹ ਗੁਰੂ ਨਹੀਂ ਸੀ ਬਣੇ, ਉਹ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਕਰਿਆ ਕਰਦੇ ਸੀਗੇ। ਸ੍ਰੀ ਅਮਰਦਾਸ ਉਹ ਵੀ ਸਰੋਤੇ ਬਣੇ। ਫਿਰ ਬਾਬਾ ਬੁੱਢਾ ਜੀ ਮਹਾਂਪੁਰਸ਼ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਹਿ ਕੇ ਕਿ ਤੂੰ ਹੈ ਤਾਂ ਬੱਚਾ ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ, ਬਾਲਕ ਤੇਰੀ ਬੈਸ ਦਿਸਾਵਤ, ਬੁੱਢੇ ਸੰਮੁਖ ਬਾ ਕੇ ਅਲਾਵਤ, ਬੁੱਢਾ ਹੀ ਕਰ ਦਿੱਤਾ ਸੀ। ਸੁਰਤ ਵੀ ਬੁੱਢਿਆਂ ਵਾਲੀ, ਯਾਨੀ ਕਿ ਬਹੁਤ ਉੱਚੀ ਅਵਸਥਾ ਦੇ ਦਿੱਤੀ ਸੀ ਬ੍ਰਹਮ ਗਿਆਨੀ। ਉਹ ਸਰੋਤੇ ਬਣੇ। ਗੁਰੂ ਨਾਨਕ ਸਾਹਿਬ ਦੀ ਕਥਾ ਸੁਣਨ ਵਾਲੇ ਧਿੰਗਾ ਨਾਈ, ਗੁਰੂ ਕਾ ਸਿੱਖ ਹੋਇਆ ਧਿੰਗਾ, ਉਹ ਕਥਾ ਸੁਣ ਰਹੇ ਸੀ। ਭਾਈ ਜੀਵਾ, ਕਿਹਨਾਂ ਕਿਹਨਾਂ ਸਿੱਖਾਂ ਦਾ ਜ਼ਿਕਰ ਕਰੀਏ, ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਭਾਈ ਬਾਲਾ ਜੀ ਤੋਂ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਿਆ ਕਰਦੇ ਸੀ। ਤੇ ਕਥਾ ਸੁਣਦੇ ਸੁਣਦੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀਆਂ ਅੱਖਾਂ 'ਚ ਬੈਰਾਗ ਦਾ ਜਲ ਚੱਲਿਆ ਕਰਦਾ ਸੀ। ਪਿਆਰ ਸੀ ਗੁਰੂ ਨਾਨਕ ਸਾਹਿਬ ਨਾਲ। ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਜਿਹੜੇ ਪਿਆਰੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਮਰਨ ਨੂੰ ਜੀ ਕਰਦਾ। ਧੰਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਗੁਰੂ ਅੰਗਦ ਸਾਹਿਬ ਜੀ ਕਥਾ ਸੁਣਿਆ ਕਰਦੇ ਸੀ। ਔਰ ਸਾਧ ਸੰਗਤ ਜੀ, ਜਿੰਨੀ ਕਥਾ ਭਾਈ ਬਾਲਾ ਜੀ ਕਰਦੇ ਸੀ, ਰੋਜ਼ ਨਾਲ ਦੀ ਨਾਲ ਭਾਈ ਪੈੜਾ ਮੋਖਾ ਜੀ ਲਿਖੀ ਜਾਂਦੇ ਸੀ। ਉਹਨਾਂ ਸਿੱਖਾਂ ਦੀ ਕਮਾਈ ਨੂੰ ਕਦੀ ਆਪਾਂ ਯਾਦ ਨਹੀਂ ਕੀਤਾ, ਮਾਫ ਕਰਨਾ। ਜੇ ਉਹ ਨਾ ਇੰਨੀ ਘਾਲਣਾ ਘਾਲਦੇ, ਨਾ ਭਾਈ ਬਾਲਾ ਜੀ ਸੁਣਾਉਂਦੇ, ਨਾ ਭਾਈ ਪੈੜਾ ਮੋਖਾ ਜੀ ਲਿਖਦੇ, ਤੇ ਨਾ ਗੁਰੂ ਅੰਗਦ ਸਾਹਿਬ ਜੀ ਐਡਾ ਵੱਡਾ ਉਪਰਾਲਾ ਕਰਦੇ, ਸਾਨੂੰ ਕੀ ਪਤਾ ਲੱਗਣਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਲਈ ਕੀ ਕੀਤਾ। ਕੋਈ ਸੋਰਸ ਹੈ ਹੀ ਨਹੀਂ ਸੀ ਸਾਡੇ ਕੋਲ। ਧੰਨ ਸੀ ਉਹ ਗੁਰੂ ਸਾਹਿਬ ਦੇ, ਧੰਨ ਸੀ ਗੁਰੂ ਸਾਹਿਬ ਦੇ ਸਿੱਖ। ਕਥਾ ਨਾਲ ਉਹਨਾਂ ਦਾ ਪ੍ਰੇਮ ਸੀਗਾ। ਤੇ ਫਿਰ ਉਹ ਕਥਾ ਲਿਖੀ ਗਈ, ਗੁਰੂ ਨਾਨਕ ਸਾਹਿਬ ਦੀ ਜੀਵਨ ਕਥਾ। ਉਹਦੇ ਵਿੱਚ ਗੁਰਬਾਣੀ ਦੇ ਪਰਮਾਰਥ ਵੀ ਆਏ। ਜਿੱਥੇ ਜਿੱਥੇ ਹਜ਼ੂਰ ਪ੍ਰਮਾਣ ਦਿੰਦੇ, ਗੁਰਬਾਣੀ ਦੇ ਉਦਾਹਰਣ ਦੇ ਦੇ ਕੇ ਸਮਝਾਉਂਦੇ, ਉਹ ਸਾਰੇ ਬਚਨ ਜਨਮ ਸਾਖੀ 'ਚ ਆਉਂਦੇ ਹੈ। ਅੱਜ ਤੋਂ 50-60 ਸਾਲ ਪਹਿਲਾਂ ਜਿਹੜੇ ਬਜ਼ੁਰਗ ਨੇ, ਪਾਕਿਸਤਾਨ ਤੋਂ ਆਏ ਨੇ ਜਾਂ ਪੰਜਾਬ 'ਚੋਂ ਆਏ ਨੇ, ਉਹ ਦੱਸਦੇ ਨੇ ਵੀ ਜਦੋਂ ਸ਼ਾਮ ਨੂੰ ਗਰਮੀਆਂ ਦੇ ਦਿਨ ਹੋਣੇ, ਮਾਈਆਂ ਨੇ ਟਾਈਮ ਨਾਲ ਹੀ ਤੰਦੂਰ 'ਤੇ ਪ੍ਰਸ਼ਾਦੇ ਲਾਹ ਲੈਣੇ। ਫਟਾਫਟ 2-4 ਪੂਰ ਪ੍ਰਸ਼ਾਦਿਆਂ ਦੇ ਲਾਹੇ, ਚੰਗੇਰ ਭਰ ਕੇ ਫਟਾਫਟ ਦਾਲ ਸਬਜ਼ੀ ਬਣਾਈ, ਰਹਿ ਰਾਸ ਦੇ ਟਾਈਮ ਤੱਕ ਛਕ ਲੈਣਾ ਪ੍ਰਸ਼ਾਦਾ। ਤੇ ਉਸ ਤੋਂ ਬਾਅਦ ਬਜ਼ੁਰਗਾਂ ਨੇ ਆਖਣਾ, ਪੁੱਤਰੋ ਆ ਜਾਓ ਸਾਰੇ, ਧੀਆਂ ਨੂੰਹਾਂ ਇਕੱਠੀਆਂ ਕਰ ਲੈਣੀਆਂ। ਤੇ ਘਰ 'ਚ ਇੱਕ ਅੱਧਾ ਬੱਚਾ ਹੀ ਪੜ੍ਹਿਆ ਹੁੰਦਾ ਸੀ ਗੁਰਮੁਖੀ, ਉਹਨੂੰ ਕਹਿਣਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਨਮ ਸਾਖੀ ਸੁਣਾਓ। ਘੰਟਾ ਘੰਟਾ 2-2 ਘੰਟੇ ਰੋਜ਼ ਜਨਮ ਸਾਖੀ ਦਾ ਪਾਠ ਹੋਣਾ। ਜਿਹੜੇ ਗੁਰੂ ਕੇ ਸਿੱਖ ਉਹ ਬੱਚੀ ਛੋਟੀ ਉਮਰ ਵਿੱਚ ਜਨਮ ਸਾਖੀ ਸੁਣ ਲੈਂਦੇ ਸੀ, ਸਾਰੀ ਉਮਰ ਉਹਨਾਂ ਨੂੰ ਕੋਈ ਡੁਲਾ ਨਹੀਂ ਸੀ ਸਕਦਾ। ਫਿਰ ਨਿਸ਼ਚਾ ਪੱਕਾ ਹੋ ਜਾਂਦਾ ਸੀ। ਅੱਜ ਜਿਹੜੇ ਬਹੁਤ ਕਿੰਤੂ ਪਰੰਤੂ ਕਰਦੇ, ਬਹੁਤ ਸਵਾਲ ਕਰਦੇ ਨਾ, ਵਿੰਗੇ ਟੇਢੇ ਸਵਾਲ, ਉਹਨਾਂ ਨੂੰ ਪੁੱਛੋ ਜਨਮ ਸਾਖੀ ਹੁੰਦੀ ਕੀ ਹੈ, ਉਹ ਜਨਮ ਸਾਖੀ ਸ਼ਬਦ ਹੀ ਨਹੀਂ ਉਹਨਾਂ ਨੂੰ ਪਤਾ ਵੀ ਜਨਮ ਸਾਖੀ ਵੀ ਹੁੰਦੀ ਹੈ। ਕੋਈ ਇਤਿਹਾਸ ਤਾਂ ਕੀ ਪਤਾ ਹੋਣਾ ਸਾਨੂੰ, ਆਪਣੇ ਵਿਰਸੇ ਦਾ ਤੇ ਕੀ ਗਿਆਨ ਹੋਣਾ। ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ, ਬਾਤਨ ਹੀ ਅਸਮਾਨ ਗਿਰਾਵੈ। ਕਥਾ ਦਾ ਬਹੁਤ ਵੱਡਾ ਫਲ ਹੈ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤੀਸਰੇ ਸਤਿਗੁਰੂ ਆ ਗਏ ਗੱਦੀ ਤੇ, ਗੁਰੂ ਅਮਰਦਾਸ ਸਾਹਿਬ ਜੀ ਆਪਣੇ ਦਰਬਾਰ ਵਿੱਚ ਗੁਰਬਾਣੀ ਦੀ ਕਥਾ ਕਰਵਾਇਆ ਕਰਦੇ ਸੀ। ਸੇਵਾ ਕਿਹਦੀ ਲੱਗੀ ਸੀ? ਪੰਡਿਤ ਬੇਣੀ ਪ੍ਰਸਾਦ ਜੀ। ਇਹ ਪੰਡਿਤ ਬੇਣੀ ਪ੍ਰਸਾਦ ਜਿਹੜਾ ਸੀ,
6 ਸ਼ਾਸਤਰ, 4 ਵੇਦ, 27 ਸਿਮਰਤੀਆਂ, 18 ਪੁਰਾਣ, 9 ਵਿਆਕਰਨ ਪੜ੍ਹਿਆ ਹੋਇਆ ਸੀ ਔਰ ਕਾਸ਼ੀ ਪੜ੍ਹ ਕੇ ਆਇਆ ਸੀਗਾ। ਇੰਨਾ ਪੜ੍ਹਿਆ ਲਿਖਿਆ ਤੇ ਪੜ੍ਹਾਈ ਜਿਹੜੀ ਹੈ ਨਾ, ਇੱਕ ਵਿਦਵਾਨ ਨੇ ਲਿਖਿਆ ਹੈ, ਇਹ ਵੇਦ ਕੋ ਗਿਆਨ ਸੁਜਾਨਨ ਕੇ ਮਦਾਦ ਵਿਕਾਰ ਵਿਨਾਸੇ। ਜਿਹੜਾ ਗਿਆਨ ਹੈ ਨਾ, ਇਹ ਚੰਗੇ ਬੰਦੇ ਦੇ ਅੰਦਰੋਂ ਮੈਲ ਧੋ ਦਿੰਦਾ। ਪੁਨ ਕੇਚਤ ਨੀਚਨ ਕੋਵੋ ਬੋਧ ਮਦੈ ਬਮਾਨ ਵਿਕਾਰ ਨਿਵਾਸੇ। ਉਹੀ ਗਿਆਨ ਜਿਹੜਾ ਨੀਚ ਬੰਦੇ ਨੂੰ ਦੇ ਦਿਓ ਤੇ ਉਹਦੇ ਅੰਦਰ ਹੰਕਾਰ ਆ ਜਾਂਦਾ ਵੀ ਮੈਂ ਬਹੁਤ ਪੜ੍ਹਿਆ ਹੋਇਆ, ਮੈਂ ਦੂਜਿਆਂ ਨੂੰ ਕੀ ਸਮਝਦਾ। ਕੋਈ ਉਸ ਗਿਆਨ ਨੂੰ ਲੈ ਕੇ ਨਿਮਰਤਾ 'ਚ ਆ ਜਾਂਦਾ ਤੇ ਕੋਈ ਬੰਦਾ ਗਿਆਨ ਲੈ ਕੇ ਫਣੀਅਰ ਸੱਪ ਤਰ੍ਹਾਂ ਫੁੰਕਾਰੇ ਮਾਰਨ ਲੱਗ ਜਾਂਦਾ। ਬੇਣੀ ਪ੍ਰਸ਼ਾਦ ਵੀ ਇੰਨੀ ਵਿਦਿਆ ਪੜ੍ਹ ਕੇ ਹੰਕਾਰੀ ਹੋ ਗਿਆ ਸੀ। ਅੱਤ ਦਾ ਹੰਕਾਰੀ ਕਿ ਲੋਕਾਂ ਨਾਲ ਹਿੰਦੁਸਤਾਨ ਦੇ ਜਿੰਨੇ ਵੱਡੇ ਵੱਡੇ ਪੰਡਤ ਸੀ ਨਾ, ਉਹਨੇ ਐਲਾਨ ਕਰਤਾ ਵੀ ਜਿਹੜਾ ਮੈਨੂੰ ਹਰਾਵੇਗਾ ਚਰਚਾ ਵਿੱਚ, ਉਦੋਂ ਗਿਆਨ ਸਾਹਮਣੇ ਹੁੰਦੀ ਸੀ, ਚਰਚਾ ਸਵਾਲ ਜਵਾਬ ਹੁੰਦੇ ਸੀ, ਚਰਚਾ ਹੁੰਦੀ ਸੀ, ਸ਼ਾਸਤਰ ਅਰਥ ਕਹਿੰਦੇ ਸੀ ਉਹਨੂੰ। ਰਾਜੇ ਮਹਾਰਾਜੇ ਅਮੀਰ ਲੋਕ ਉਹਦਾ ਆਯੋਜਨ ਕਰਾਉਂਦੇ ਸੀ, ਪੰਡਤਾਂ ਦਾ ਖਰਚਾ ਦਿੰਦੇ ਸੀਗੇ। ਇੱਕ ਸਵਾਲ ਕਰਦਾ ਸੀ, ਦੂਜਾ ਦਾ ਜਵਾਬ ਦਿੰਦਾ ਸੀ। ਉਹ ਭਾਈ ਗੁਰਦਾਸ ਜੀ ਦੀ ਬਾਣੀ 'ਚ ਵੀ ਇੱਕ ਆਉਂਦਾ ਨਾ, ਪੰਡਤ ਨਾਲ ਗੋਸ਼ਟ ਗਾਂਗੇ ਤੇਲੀਏ, ਪੰਡਤ ਨਾਲ ਹੋਵੇ ਜਗ ਦੇਖਾ। ਉਹ ਕਹਿੰਦੇ ਕੋਈ ਪੰਡਤ ਆਇਆ, ਉਹਨੇ ਆਖਿਆ ਮੇਰੇ ਨਾਲ ਕੋਈ ਚਰਚਾ ਕਰੋ। ਜਿਹੜਾ ਜਿੱਤੇਗਾ, ਰਾਜੇ ਨੇ ਕਿਹਾ ਵੀ ਠੀਕ ਹੈ, ਜਿਹੜਾ ਜਿੱਤੇਗਾ ਉਹਨੂੰ 1000 ਰੁਪਈਆ, ਜਿਹੜਾ ਹਾਰੇਗਾ ਉਹਨੂੰ 500 ਰੁਪਇਆ ਇਨਾਮ। ਰਾਜੇ ਨੇ ਰੱਖਤਾ ਵੀ ਜਿਹੜਾ ਹਾਰੇਗਾ ਉਹਨੂੰ 500, ਜਿਹੜਾ ਜਿੱਤੇਗਾ ਉਹਨੂੰ 1000। ਤੇ ਪੰਡਤ ਹੋਰੀ ਬੜੇ ਵਿਦਵਾਨ ਸੀਗੇ। ਜਿਹੜੇ ਉੱਥੋਂ ਦੇ ਪੰਡਤ ਸੀ ਨਾ ਸ਼ਹਿਰ ਦੇ, ਉਹ ਵੀ ਬੜੇ ਪੜ੍ਹੇ ਲਿਖੇ ਸੀ, ਪਰ ਵਿਚਾਰੇ ਡਰ ਗਏ ਵੀ ਸਾਡੀ ਬੜੀ ਇੱਜ਼ਤ ਬਣੀ ਹੋਈ ਹੈ, ਬੜਾ ਸਨਮਾਨ ਬਣਿਆ ਹੋਇਆ, 500 ਰੁਪਈਆ ਤੇ ਲੈ ਲਾਂਗੇ ਪਰ ਸਾਡੀ ਬੇਇੱਜ਼ਤੀ ਹੋ ਗਈ ਨਾ, ਉਹ ਨਹੀਂ ਹੱਥ ਆਉਣੀ ਮੁੜ ਕੇ। ਆਪਾਂ 500 ਦਾ ਲਾਲਚ ਛੱਡੀਏ, ਚੁੱਪ ਹੀ ਕਰ ਗਏ। ਉਹਨਾਂ ਨੇ ਇੱਕ ਤੇਲੀ ਨੂੰ ਤਿਆਰ ਕਰਤਾ। ਉਹ ਤੇਲੀ ਸੀ ਅੱਖ ਤੋਂ 1.25 ਲੱਖ ਨੇਤਰਾ ਕਹਿ ਦਿੰਦੇ ਨਿਹੰਗ ਸਿੰਘਾਂ ਦੀ ਬੋਲੀ, ਆਮ ਲੋਕ ਕਹਿੰਦੇ ਕਾਣਾ, ਯਾਨੀ ਇੱਕ ਅੱਖ ਵਾਲਾ ਸੀਗਾ, ਲੱਖ ਨੇਤਰਾ। ਉਹਨੂੰ ਕਿਹਾ ਵੀ ਤੂੰ ਪੰਡਤ ਜੀ ਹੋਰਾਂ ਨਾਲ ਚਰਚਾ ਕਰ ਲੈ, ਜੇ ਤੂੰ ਹਾਰ ਗਿਆ 500 ਤੇਰਾ, ਤੇ ਜਿਤਨਾ ਦੇ ਤੂੰ ਹੈ ਕੋਈ ਨਹੀਂ। ਉਹਨੇ ਵੀ ਆਖਿਆ ਵੀ 500 ਰੁਪਈਆ ਦੇ ਸਾਲ 'ਚ ਨਹੀਂ ਕਦੀ ਤੇਲ ਬਚ ਮਿਲਦਾ, ਤੇ ਆਪਾਂ 500 ਦੇ ਲਈਏ। ਉਹ ਵੀ ਤੇਲ ਤੂਲ ਚੋਪੜ ਕੇ ਚੰਗਾ ਸਿਰ ਨੂੰ ਤੇ ਘਰੋਂ ਤੁਰ ਪਿਆ। ਜੁੱਤੀ ਉਹਨੇ ਪਾਈ ਜਿਹੜੀ ਪੈਰਾਂ 'ਚ, ਉਹ ਕਈ ਦਿਨਾਂ ਦੀ ਪਈ ਸੀ, ਤੇਲ ਤੂਲ ਲਾ ਕੇ ਰੱਖੀ ਸੀ, ਉਹਨਾਂ ਪਿੱਛੇ ਅੱਡੀ ਤੇ ਲੱਗਣ ਲੱਗ ਪਈ, ਜੁੱਤੀ ਲੱਗਣ ਲੱਗ ਪਈ। ਤੇ ਉਹਨੇ ਆਖਿਆ ਵੀ ਹੁਣ ਕੀ ਕਰੀਏ, ਵੀ ਜੁੱਤੀ ਲੱਗਦੀ ਆ। ਉਹਨੇ ਪੈਰੋਂ ਲਾਹ ਕੇ ਤੇ ਇਕੱਠੀ ਕਰਕੇ ਕੱਪੜੇ 'ਚ ਲਪੇਟ ਕੇ ਕੱਛੇ ਮਾਰ ਲਈ। ਪਹਿਲੇ ਲੋਕ ਇੱਦਾਂ ਜੁੱਤੀ ਚੁੱਕ ਕੇ ਤੁਰ ਪੈਂਦੇ ਸੀਗੇ, ਭੋਲਾ ਜ਼ਮਾਨਾ ਸੀ। ਉਹ ਜੁੱਤੀ ਕੱਛੇ ਮਾਰ ਕੇ ਤੁਰ ਪਿਆ। ਰਾਜੇ ਦੀ ਸਭਾ ਜਾ ਕੇ ਰਾਮ ਰਾਮ ਜੀ, ਰਾਮ ਰਾਮ ਜੀ। ਉਹਨੇ ਆਓ ਜੀ ਪੰਡਤ ਜੀ। ਤੇ ਪੰਡਤ ਨੇ ਆਖਿਆ ਵੀ ਵਾਹ ਵਾਹ, ਕਿਉਂਕਿ ਤੇਲੀ ਜਿਹੜੇ ਹੁੰਦੇ ਨਾ, ਉਹ ਜਦੋਂ ਕੋਲੂ ਕਾਲੂ ਚਲਾਉਂਦੇ, ਤੇਲ ਤੂਲ ਪੀਂਦੇ ਰਹਿੰਦੇ ਹੁੰਦੇ, ਸਰੀਰ ਕਰਕੇ ਜਰਾ ਚੰਗੇ ਦਰਸ਼ਨੀ ਹੈ ਵੀ ਵਾਹ ਵਾਹ, ਲੰਮਾ ਉੱਚਾ ਜਵਾਨ ਹੈ ਤੇ ਤੇਲ ਤੂਲ ਚੋਪੜਿਆ ਹੋਇਆ, ਪੰਡਤ ਚੰਗਾ ਵਿਦਵਾਨ ਹੋਣਾ। ਉਸ ਪੰਡਤ ਨੇ ਵੀ ਆਖਿਆ ਆਓ ਪੰਡਤ ਜੀ, ਰਾਮ ਰਾਮ। ਹਾਂ ਜੀ ਰਾਮ ਰਾਮ। ਉਹ ਪੰਡਤ ਨੇ ਜਿਹੜਾ ਬਹੁਤ ਪੜ੍ਹਿਆ ਸੀ ਨਾ, ਉਹਨੇ ਤੇਲੀ ਨੂੰ ਪੁੱਛ ਲਿਆ ਵੀ ਆਹ ਕੀ ਹੈ ਮਹਾਰਾਜ, ਕਿਹੜਾ ਗ੍ਰੰਥ ਤੁਹਾਡੀ ਕੱਛ ਵਿੱਚ? ਉਹਨੇ ਆਖਿਆ ਉਹ ਪੋਥੀ ਮਾਰੀ ਹੋਣੀ ਇਹਨੇ ਕੱਛੇ। ਹੁਣ ਪੰਡਤ ਵਿਚਾਰਾ ਉਹ ਪੁੱਛਦਾ ਤੇ ਤੇਲੀ ਕਹਿੰਦਾ ਵੀ ਇਹਦਾ ਨਾਮ ਹੈ ਕੰਟਕ ਚੂਰਨ ਪੁਰਾਣ। ਕੰਟਕ ਚੂਰਨ ਪੁਰਾਣ, ਕੰਟਕ ਮਾਨੇ ਕੰਡਾ, ਤੇ ਕੰਡੇ ਨੂੰ ਚੂਰ ਕਰ ਦੇਣ ਵਾਲਾ, ਜੁੱਤੀ ਹੁੰਦੀ ਤੌੜੀ ਦੀ। ਕਹਿੰਦਾ ਕੰਟਕ ਚੂਰਨ ਪੁਰਾਣ। ਉਹ ਵਿਚਾਰਾ ਪੰਡਤ 605 ਵਿੱਚ ਪੈ ਗਿਆ ਵੀ ਮੈਂ 18 ਪੁਰਾਣ ਪੜ੍ਹੇ ਨੇ, ਇਹ ਤਾਂ ਗ੍ਰੰਥ ਹੀ ਨਹੀਂ ਸੁਣਿਆ, ਇਹ ਤਾਂ ਕੋਈ ਵੱਡੀ ਬਲਾ ਆ ਗਈ ਮੇਰੇ ਤੋਂ ਤਗੜੀ, ਇਹ ਤਾਂ ਬਹੁਤ ਪੜ੍ਹਿਆ, ਇਹ ਤਾਂ ਹੋਰ ਹੀ ਪੁਰਾਣ ਲਈ ਫਿਰਦਾ, ਮੈਂ ਤਾਂ 18 ਹੀ ਸੁਣੇ ਨੇ, 19ਵਾਂ ਪੁਰਾਣ ਨਹੀਂ ਸੁਣਿਆ ਕੋਈ, ਇਹ ਤਾਂ ਕੋਈ ਵੱਡੀ ਗੱਲ ਹੈ ਕੋਈ। ਕਹਿੰਦਾ ਹਾਂ ਜੀ ਚਰਚਾ ਸ਼ੁਰੂ ਕਰੋ ਜੀ। ਪੰਡਤ ਕਹਿੰਦਾ ਵੀ ਠੀਕ ਹੈ ਜੀ, ਚਰਚਾ ਕਰ ਲੈਂਦੇ ਹਾਂ। ਕਹਿੰਦੇ ਕਿੱਦਾਂ, ਬੋਲ ਕੇ ਕਰੋਗੇ ਕਿ ਮੂਕ ਚਰਚਾ ਕਰੋਗੇ?
ਇੱਕ ਹੁੰਦੀ ਬੋਲ ਕੇ ਸਵਾਲ ਕਰਨਾ, ਬੋਲ ਕੇ ਜਵਾਬ ਦੇਣਾ। ਇੱਕ ਹੁੰਦੀ ਇਸ਼ਾਰਾ ਕਰਨਾ, ਇਸ਼ਾਰੇ ਨਾਲ ਸਵਾਲ ਕਰਨਾ, ਇਸ਼ਾਰੇ ਨਾਲ ਜਵਾਬ ਦੇਣਾ। ਉਹ ਪੰਡਤ ਨੇ ਆਖਿਆ ਵੀ ਬੋਲ ਕੇ ਤੇ ਸ਼ਾਇਦ ਇਹ ਮੈਨੂੰ ਹਰਾ ਲਵੇ, 18-19ਵਾਂ ਪ੍ਰਾਣ ਲਈ ਫਿਰਦਾ, ਤੇ ਆਪਾਂ ਇਹਦੇ ਨਾਲ ਮੂਕ ਚਰਚਾ ਹੀ ਕਰ ਲੈਂਦੇ ਹਾਂ। ਕਹਿੰਦਾ ਜੀ ਮੂਕ ਚਰਚਾ ਕਰਾਂਗੇ। ਰਾਜੇ ਨੇ ਕਿਹਾ ਠੀਕ ਆ ਗਿਆ, ਦੇਤੀ। ਆਮਣੇ ਸਾਹਮਣੇ ਬੈਠੇ ਨੇ, ਤੇ ਪਹਿਲਾ ਇੱਕ ਹੁੰਦਾ ਪੂਰਵ ਪਕਸ਼, ਇੱਕ ਹੁੰਦਾ ਉੱਤਰ ਪਕਸ਼। ਵਿਦਵਾਨਾਂ ਦੀ ਸਭਾ ਜਦੋਂ ਲੱਗਦੀ ਨਾ, ਪੂਰਵ ਪਕਸ਼ ਕਿਹੜਾ ਕਰੇਗਾ? ਕਿ ਜਿਹੜਾ ਸ਼ਾਸਤਰ ਅਰਥ ਕਰਨ ਵਾਸਤੇ ਬਾਹਰੋਂ ਆਇਆ ਉਹ ਪੂਰਵ ਪਕਸ਼ੀ ਹੈ, ਉਹਨੇ ਇਸ ਵਾਰ ਸਵਾਲ ਕਰਨਾ। ਉੱਤਰ ਪਕਸ਼ੀ ਨੇ ਜਵਾਬ ਦੇਣਾ। ਕਹਿੰਦੇ ਵੀ ਠੀਕ ਹੈ। ਪੂਰਵ ਪਕਸ਼ੀ ਜਿਹੜਾ ਸੀ ਉਹ ਪੰਡਤ, ਉਹਨੇ ਇਸ਼ਾਰਾ ਕਰਨਾ, ਸਵਾਲ ਕਰਨਾ, ਤੇ ਗੰਗੇ ਤੇਲੀ ਨੇ ਜਵਾਬ ਦੇਣਾ। ਉਹਨੇ ਇੱਦਾਂ ਇੱਕ ਉਂਗਲ ਚੁੱਕੀ ਪੰਡਤ ਨੇ। ਗਾਂਗੇ ਨੇ ਸਮਝਿਆ ਵੀ ਇਹ ਕਹਿੰਦਾ ਤੇਰੀ ਇੱਕ ਅੱਖ ਹੈਗੀ ਹੈ ਤੇ ਮੈਂ ਇਹ ਵੀ ਕੱਢ ਦਿਆਂਗਾ ਉਂਗਲ ਮਾਰ ਕੇ। ਗਾਂਗੇ ਨੇ ਇਹ ਸਮਝਿਆ। ਉਹ ਪੰਡਤ ਇਹ ਕਹਿ ਰਿਹਾ ਸੀ ਵੀ ਇੱਕ ਬ੍ਰਹਮ ਹੈ, ਵੀ ਇੱਕ ਹੈ ਪਰਮਾਤਮਾ। ਤੇ ਗਾਂਗੇ ਨੇ ਸਮਝਿਆ ਵੀ ਇੱਕ ਅੱਖ ਨੂੰ ਪੈਂਦਾ ਮੇਰੀ ਨੂੰ। ਉਹਨੇ ਦੋ ਕਰਤੀਆਂ ਉਂਗਲਾਂ ਇੱਦਾਂ ਵੀ ਮੈਂ ਤੇਰੀਆਂ ਦੋਵੇਂ ਕੱਢ ਦਿਆਂਗਾ। ਪੰਡਤ ਹੋਰਾਂ ਨੇ ਤੇ ਵੇਖਣ ਵਾਲਿਆਂ ਨੇ ਸਮਝ ਲਿਆ ਵੀ ਇਹ ਕਹਿੰਦਾ ਵੀ ਇੱਕ ਬ੍ਰਹਮ ਦੇ ਨਾਲ ਦੂਜੀ ਮਾਇਆ ਵੀ ਹੈ। ਇਹ ਕਹਿ ਰਿਹਾ ਵੀ ਬ੍ਰਹਮ ਦੇ ਨਾਲ ਉਹਦੀ ਮਾਇਆ ਵੀ ਹੈ। ਤਾੜੀ ਵੱਜ ਗਈ ਵੀ ਪੰਡਤ ਦਾ ਸਵਾਲ ਦਾ ਜਵਾਬ ਦੇਤਾ ਵੀ ਗਾਂਗੇ ਨੇ, ਵਧੀਆ ਸਵਾਲ ਜਵਾਬ। ਹੁਣ ਦੂਜਾ ਸਵਾਲ ਸੀ। ਪੰਡਤ ਨੇ ਇੱਦਾਂ ਪੰਜਾ ਚੁੱਕਿਆ, ਪੰਜਾ। ਉਹਦਾ ਮਤਲਬ ਸੀ ਵੀ ਪੰਜ ਤੱਤ ਨੇ, ਪ੍ਰਿਥਵੀ, ਆਕਾਸ਼, ਵਾਯੂ, ਅਗਨੀ ਤੇ ਜਲ, ਇਹ ਪੰਜ ਤੱਤ ਨੇ। ਉਹਨੇ ਸਮਝਿਆ ਵਿਚਾਰੇ ਨੇ, ਗਾਂਗੇ ਤੇਲੀ ਨੇ, ਵੀ ਇਹ ਚੰਡ ਮਾਰਦਾ। ਇਹ ਕਹਿੰਦਾ ਮੈਂ ਤੇਰੇ ਮੂੰਹ ਦੇ ਚਪੇੜ ਮਾਰਾਂਗਾ। ਗਾਂਗੇ ਨੇ ਇੱਦਾਂ ਘੁਸੁੰਨ ਵੱਟ ਕੇ ਨਾ ਇੱਦਾਂ ਕਰਤਾ ਵੀ ਤੂੰ ਚੰਡ ਮਾਰੇਗਾ ਤੇ ਆਹ ਵੇਖ ਲਾ, ਮੈਂ ਵੀ ਤੇਰੇ ਜਵਾੜੇ ਤੇ ਘੁਸੁੰਨ ਜੜਾਂਗਾ। ਉਹ ਕਹਿੰਦਾ ਇਹ, ਉਹ ਪੰਡਤ ਨੇ ਸਮਝਿਆ ਵੀ ਇਹ ਕਹਿੰਦਾ ਵੀ ਪੰਜ ਤੱਤ ਇਕੱਠੇ ਹੋ ਕੇ ਹੀ ਪ੍ਰਕਿਰਤੀ ਬਣਦੀ ਹੈ, ਕਿਉਂਕਿ ਵੱਖਰੇ ਵੱਖਰੇ ਤੇ ਨਹੀਂ ਨਾ ਸ੍ਰਿਸ਼ਟੀ ਬਣਦੀ। ਜਦੋਂ ਇਕੱਠੇ ਹੁੰਦੇ ਆ, ਮਿਕਸ ਹੁੰਦੇ ਆ, ਤੇ ਪੰਜ ਤੱਤਾਂ ਦਾ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਫਿਰ ਤਾੜੀ ਵੱਜ ਗਈ, ਗਾਂਗਾ ਜਿੱਤ ਗਿਆ। 1000 ਦਾ ਨੋਟ ਲੈ ਕੇ ਗਿਆ। ਉਹ 1000 ਲੈ ਕੇ ਗਿਆ, ਪੰਡਤ ਜੀ ਹੋਰੀ ਹਾਰ ਗਏ। ਕਹਿਣ ਦਾ ਮਤਲਬ ਇੱਦਾਂ ਚਰਚਾ ਹੁੰਦੀ ਸੀ ਉਸ ਵੇਲੇ। ਵਿਦਵਾਨ ਸਵਾਲ ਜਵਾਬ ਕਰਦੇ ਸੀਗੇ। ਤੇ ਬੇਣੀ ਪ੍ਰਸ਼ਾਦ ਜਿਹੜਾ ਪੰਡਿਤ ਸੀਗਾ, ਉਹ ਸਾਰੇ ਹਿੰਦੁਸਤਾਨ ਦੇ ਪੰਡਤਾਂ ਨੂੰ ਹਰਾਉਂਦਾ ਫਿਰਦਾ ਸੀ। ਉਹਦੀ ਸ਼ਰਤ ਸੀ ਜਿਹੜਾ ਮੈਨੂੰ ਹਰਾਏਗਾ ਮੈਂ ਆਪਣੇ ਗ੍ਰੰਥ ਵੀ ਉਹਨੂੰ ਦੇ ਦਿਆਂਗਾ ਤੇ ਉਹਦਾ ਮੈਂ ਚੇਲਾ ਬਣ ਜਾਵਾਂਗਾ। ਜੇ ਮੇਰੇ ਅੱਗੇ ਹਾਰੇਗਾ ਮੈਂ ਉਹਦੇ ਸਾਰੇ ਗ੍ਰੰਥ ਲੈ ਲਾਂਗਾ। ਉਹਨੇ ਕਹਿੰਦੇ ਊਂਠ ਲੱਦੇ ਹੋਏ ਸੀ, 3 ਊਂਠ। ਊਂਠ ਤੇ ਕਿੰਨਾ ਭਾਰ ਲੱਦਿਆ ਜਾਂਦਾ ਸਿਆਣਿਆਂ ਨੂੰ ਪਤਾ, ਜਿੰਨਾ ਊਂਠ ਆ ਉਦੋਂ ਦੁੱਗਣਾ ਚੁੱਕ ਲੈਂਦਾ। ਉਹ ਊਂਠਾਂ ਦੇ ਊਂਠ ਲੱਦੀ ਫਿਰਦਾ ਸੀ। 3 ਊਂਠ ਤੇ ਹਮੇਸ਼ਾ ਕੋਲ ਰਹਿੰਦੇ ਸੀ। ਜਦੋਂ ਗ੍ਰੰਥ ਵਾਧੂ ਹੋ ਜਾਂਦਾ ਸੀ ਘਰ ਭੇਜ ਦਿੰਦਾ ਸੀ। ਤੁਰਦਾ ਤੁਰਦਾ ਸ੍ਰੀ ਗੋਇੰਦਵਾਲ ਸਾਹਿਬ ਆ ਗਿਆ। ਗਰੀਬ ਨਵਾਜ ਗੁਰੂ ਅਮਰਦਾਸ ਪਾਤਸ਼ਾਹ ਦੀ ਸੋਭਾ ਸੁਣੀ ਵੀ ਬੜੇ ਮਹਾਂਪੁਰਸ਼ ਨੇ, ਸੁਣਿਆ ਦੁਨੀਆ ਬੜੇ ਮੱਥੇ ਟੇਕਦੀ ਹੈ, ਬੜੇ ਲੰਗਰ ਚੱਲਦੇ ਨੇ। ਪੰਡਤ ਦੇ ਮਨ 'ਚ ਈਰਖਾ ਆਈ, ਮੈਂ ਇੰਨੇ ਸ਼ਾਸਤਰ ਪੜ੍ਹੇ ਨੇ, ਇੰਨੇ ਵੇਦ ਪੜ੍ਹੇ ਨੇ, ਐਡੇ ਪੰਡਤ ਹਰਾਏ ਨੇ, ਦੁਨੀਆ 'ਚ ਮੇਰੇ ਨਾਲ ਦਾ ਪੰਡਤ ਕੋਈ ਨਹੀਂ। ਇਹ ਬਾਬਾ ਕਿਵੇਂ ਇੰਨੀ ਪੂਜਾ ਕਰਾਈ ਜਾਂਦਾ, ਮੈਨੂੰ ਤਾਂ ਕੋਈ ਇੰਨਾ ਮੰਨਦਾ ਨਹੀਂ। ਉਹਨੇ ਆ ਕੇ ਚੈਲੰਜ ਕਰਤਾ ਵੀ ਗੁਰੂ ਅਮਰਦਾਸ ਜੀ ਮੇਰੇ ਨਾਲ ਚਰਚਾ ਕਰੋ। ਜੇ ਤੁਸੀਂ ਚਰਚਾ 'ਚ ਜਿੱਤ ਗਏ ਮੈਂ ਸਾਰੇ ਗ੍ਰੰਥ ਆਪਣੇ ਛੱਡ ਕੇ ਤੁਹਾਡਾ ਸੇਵਕ ਬਣਾਂਗਾ, ਨਹੀਂ ਤੇ ਤੁਹਾਨੂੰ ਮੇਰਾ ਬਣਨਾ ਪਏਗਾ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ ਅਸੀਂ ਤਾਂ ਅੱਗੇ ਹੀ ਦਾਸ ਹਾਂ ਤੁਹਾਡੇ। ਆਖੋ ਸ੍ਰੀ ਵਾਹਿਗੁਰੂ। ਨਿਮੈ ਸੋ ਗੌਰਾ ਹੋਏ। ਪੰਡਤ ਜੀ ਅਸੀਂ ਕਿੱਥੇ ਪੜ੍ਹੇ ਆ, ਸਾਨੂੰ ਕੀ ਆਉਂਦਾ ਤੁਹਾਡੇ ਨਾਲ ਚਰਚਾ ਕਰੀਏ? ਨਾ ਪੰਡਤ ਜੀ ਕੋਈ ਚਰਚਾ ਨਹੀਂ ਕਰਨੀ, ਲੰਗਰ ਪ੍ਰਸ਼ਾਦ ਛਕੋ, ਜੋ ਤੁਹਾਡਾ ਜੀ ਕਰਦਾ ਉਹੋ ਜਿਹਾ ਲੰਗਰ ਛਕੋ। ਜੋ ਸਾਨੂੰ ਸੇਵਾ ਲਾਓਗੇ ਅਸੀਂ ਤੁਹਾਡੀ ਸੇਵਾ ਕਰਨ ਨੂੰ ਤਿਆਰ ਹਾਂ, ਪਰ ਪੰਡਤ ਜੀ ਚਰਚਾ ਸਾਨੂੰ ਨਹੀਂ ਆਉਂਦੀ। ਉਹ ਕਿੱਥੇ ਸਮਝੇ, ਨਾ ਜੀ ਨਾ, ਤੁਸੀਂ ਗੁਰੂ ਹੋ, ਗੁਰੂ ਕੋ ਆਉਂਦੇ ਹੋ, ਮੇਰੇ ਨਾਲ ਚਰਚਾ ਕਰੋ। ਅੰਦਰੋਂ ਖਾਲੀ ਸੀਗਾ। ਪਿਆਰ, ਸ਼ਰਧਾ, ਭਗਤੀ, ਵਿਸ਼ਵਾਸ, ਸਿਮਰਨ, ਇਹ ਚੀਜ਼ਾਂ ਹੋਰ ਨੇ। ਚੁੰਚ ਗਿਆਨ
ਹੋਰ ਚੀਜ਼ ਹੈ। ਤਰਕ ਬਿਤਰਕ ਕਰਨੀ, ਕਿੰਤੂ ਪਰੰਤੂ ਕਰਨਾ ਇਹ ਹੋਰ ਚੀਜ਼ ਹੈ। ਇਹਨਾਂ ਦਾ ਵੱਖਰਾ ਵੱਖਰਾ ਰਸਤਾ। ਅੰਦਰੋਂ ਸੁੱਕਾ ਸੀਗਾ, ਉੱਦਾਂ ਹੀ ਤੂੰ ਕਰਕੇ ਬੋਲੇ। ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਨਹੀਂ ਪੰਡਿਤ ਜੀ, ਅਸੀਂ ਕੋਈ ਚਰਚਾ ਨਹੀਂ ਕਰਨੀ। ਕਹਿਣ ਲੱਗਾ, ਨਹੀਂ ਮੈਂ ਤਾਂ ਜ਼ਰੂਰ ਕਰਨੀ ਹੈ। ਉਹਨੇ ਸਵਾਲ ਕੀਤਾ। ਮਹਾਰਾਜ ਕਹਿੰਦੇ, ਪੁੱਛੋ ਪੰਡਿਤ ਜੀ, ਕੀ ਪੁੱਛਦਾ? ਕਹਿੰਦੇ, ਮੈਂ ਇਹੀ ਪੁੱਛਣਾ ਵੀ 4 ਵੇਦ 6 ਸ਼ਾਸਤਰ 27 ਸਿਮਰਤੀਆਂ 18 ਪੁਰਾਣਾਂ ਦੇ ਹੁੰਦਿਆਂ ਗੁਰਬਾਣੀ ਰਚਣ ਦੀ ਕੀ ਲੋੜ ਪੈ ਗਈ ਤੁਹਾਨੂੰ? ਤੁਸੀਂ ਆਪਣੀ ਬਾਣੀ ਕਿਉਂ ਰਚੀ ਜਾਂਦੇ ਹੋ? ਗੁਰੂ ਗ੍ਰੰਥ ਸਾਹਿਬ ਉਸ ਵੇਲੇ ਪੋਥੀਆਂ ਵਿੱਚ ਸੀਗਾ, ਗੁਰਬਾਣੀ ਗਾਉਂਦੇ ਸੀ ਸਿੱਖ। ਗੁਰਬਾਣੀ ਕਿਉਂ ਪੜ੍ਹਦੇ, ਗੁਰਬਾਣੀ ਕਿਉਂ ਗਾਉਂਦੇ ਹੋ? ਗਾਇਤਰੀ ਮੰਤਰ ਦੇ ਹੁੰਦਿਆਂ ਵਾਹਿਗੁਰੂ ਮੰਤਰ ਦੀ ਕੀ ਲੋੜ ਪੈ ਗਈ? ਹਜ਼ੂਰ ਕਹਿਣ ਲੱਗੇ, ਪੰਡਿਤ ਜੀ ਜਿੱਥੇ ਤੁਸੀਂ ਬੈਠੇ ਹੋ ਥੱਲੇ ਕੀ ਹੈ? ਕਹਿੰਦਾ ਜੀ ਜ਼ਮੀਨ ਹੈ। ਜ਼ਮੀਨ ਦੇ ਥੱਲੇ ਕੀ ਹੈ? ਕਹਿੰਦਾ ਜੀ ਪਾਣੀ ਹੈ। ਆਪਾਂ ਜਿੱਥੇ ਵੀ ਬੈਠੇ ਹਾਂ, ਧਰਤੀ 10 20 50 ਫੁੱਟ 100 ਫੁੱਟ ਥੱਲੇ ਅਖੀਰ ਤੇ ਪਾਣੀ ਨਿਕਲੇਗਾ ਨਾ। ਜਿੱਥੋਂ ਮਰਜ਼ੀ ਪੁੱਟੋ, ਥੱਲਿਓਂ ਭਾਵੇਂ ਕਿਤੇ 1000 ਫੁੱਟ ਤੇ ਨਿਕਲੇ, ਪਰ ਪਾਣੀ ਜ਼ਰੂਰ ਨਿਕਲੇਗਾ। ਧਰਤੀ ਥੱਲੇ ਪਾਣੀ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਥੱਲੇ ਪਾਣੀ। ਕੀ ਹੈ? ਕਹਿੰਦਾ ਜੀ ਪਾਣੀ ਹੈ। ਮਾਰੇ ਕਹਿੰਦੇ, ਪੰਡਿਤ ਜੀ ਧਰਤੀ ਦੇ ਥੱਲੇ ਪਾਣੀ ਹੈ, ਫਿਰ ਤੁਸੀਂ ਜਦੋਂ ਔੜ ਲੱਗਦੀ ਹੈ ਜ਼ਿਮੀਂਦਾਰਾਂ ਨੂੰ ਖੇਤਾਂ ਦੇ ਵਿੱਚ, ਉੱਤੇ ਹੱਥ ਜੋੜ ਕੇ ਕਿਉਂ ਮੰਗਦੇ ਹੋ ਮੀਂਹ ਪਵੇ? ਥੱਲੇ ਪਾਣੀ ਹੈ। ਕਹਿੰਦਾ ਜੀ ਉਹ ਤੇ ਪਾਣੀ ਜਿਹੜਾ ਥੱਲੇ ਹੈ ਨਾ, ਉਹ ਤੇ ਖੂਹ ਪੱਟ ਕੇ ਕੱਢਣਾ ਪੈਂਦਾ ਤੇ ਥੋੜ੍ਹਾ ਹੁੰਦਾ। ਬੇਣੀ ਪ੍ਰਸ਼ਾਦ ਕਹਿ ਰਿਹਾ, ਉਹ ਥੋੜ੍ਹਾ ਹੁੰਦਾ ਤੇ ਥੱਲਿਓਂ ਕੱਢਣਾ ਪੈਂਦਾ, ਬੜਾ ਮੁਸ਼ਕਿਲ ਕੰਮ ਹੁੰਦਾ। ਤੇ ਜਿਹੜਾ ਉੱਪਰ ਵਾਲਾ ਮੀਂਹ ਹੁੰਦਾ ਉਹ ਤੇ ਮਹਾਰਾਜ ਸਾਰੀ ਧਰਤੀ ਦਰਿਆਵਤ ਕਰ ਦਿੰਦਾ, ਤੇ ਇਸ ਕਰਕੇ ਉੱਤੋਂ ਮੰਗਣਾ ਪੈਂਦਾ। ਹਜ਼ੂਰ ਪਾਤਸ਼ਾਹ ਮਹਾਰਾਜ ਨੇ ਸ਼ਬਦ ਕਿਹਾ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਹੀਂ? ਉੱਤੋਂ ਮੀਂਹ ਮੰਗਦੇ ਹੋ, ਮੀਂਹ ਪੈਂਦਾ, ਰੱਬ ਵੀ ਪਾਉਂਦਾ, ਸਿਸਟਮ ਹੈ ਉਹਦਾ। ਥੱਲੇ ਪਾਣੀ ਕੋਈ ਨਹੀਂ। ਕਹਿੰਦਾ ਜੀ ਥੱਲੇ ਤਾਂ ਹੈ। ਮਹਾਰਾਜ ਕਹਿੰਦੇ, ਪਰ ਥੱਲੇ ਵਾਲੇ ਤੇ ਸਬਰ ਕਿਉਂ ਨਹੀਂ ਕਰਦੇ? ਉੱਪਰ ਵਾਲਾ ਪਾਣੀ ਕਿਉਂ ਮੰਗਦੇ ਹੋ? ਕਹਿੰਦੇ ਜੀ ਉੱਪਰ ਵਾਲਾ ਬਹੁਤਾ ਹੁੰਦਾ, ਉੱਪਰ ਵਾਲਾ ਦਰਿਆਵਤ ਦਿੰਦਾ, ਥੱਲੇ ਵਾਲਾ ਬੜੀ ਮਿਹਨਤ ਨਾਲ। ਮਹਾਰਾਜ ਕਹਿੰਦੇ, ਪੰਡਿਤ ਜੀ 4 ਵੇਦ 6 ਸ਼ਾਸਤਰ ਸਿਮਰਤੀਆਂ 'ਚ ਗਿਆਨ ਹੈ ਬੜਾ ਸੋਹਣਾ, ਪਰ ਉਹ ਗਿਆਨ ਪ੍ਰਾਪਤ ਕਰਨ ਲਈ ਪਹਿਲਾਂ 18 ਸਾਲ ਜਾ ਕੇ ਕਾਂਸ਼ੀ ਪੜ੍ਹਨਾ ਪੈਂਦਾ, ਖੂਹ ਪੱਟਣਾ ਪੈਂਦਾ, ਬੜਾ ਜ਼ੋਰ ਲੱਗਦਾ, ਤੇ ਫੇਰ ਵੀ ਪਾਣੀ ਖਾਰਾ ਨਿਕਲ ਆਉਂਦਾ ਕਈ ਵਾਰੀ। ਆਖੋ ਸ੍ਰੀ ਵਾਹਿਗੁਰੂ। ਖਾਰਾ ਕਿਵੇਂ? ਹੰਕਾਰ ਆ ਜਾਂਦਾ ਵੀ ਮੈਂ ਬਹੁਤ ਪੜ੍ਹਿਆ ਹੋਇਆ। ਉਹ ਚੀਜ਼ ਹੀ ਭੁੱਲ ਜਾਂਦੀ ਹੈ ਜਿਹੜੇ ਕੰਮ ਲਈ ਪੜ੍ਹਿਆ ਸੀ, ਉਹ ਤੇ ਰਸਤਾ ਹੀ ਬਦਲ ਗਿਆ ਬੰਦੇ ਦਾ, ਤੇ ਵਿਦਿਆ ਦਾ ਹੰਕਾਰ ਲੈ ਕੇ ਅੱਖਾਂ ਅੰਨੀਆਂ ਕਰ ਲਈਆਂ। ਪੰਡਿਤ ਜੀ ਇਹ ਤੁਹਾਡਾ ਜਿਹੜਾ ਗਿਆਨ ਹੈ ਤਾਂ ਬੜਾ ਚੰਗਾ, ਪਰ ਇਹ ਗਿਆਨ ਬਹੁਤ ਔਖਾ ਲੱਭਦਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ, ਗੁਰੂ ਕੀ ਬਾਣੀ ਦਾ, ਮੀਂਹ ਪਿਆ ਪਰਮੇਸ਼ਰ ਪਾਇਆ। ਇਹ ਬਾਣੀ ਗੁਰੂ ਨਾਨਕ ਸਾਹਿਬ ਮੀਂਹ ਪਾਇਆ, ਇਹ ਹਰ ਇੱਕ ਬੰਦੇ ਨੂੰ ਛੇਤੀ ਸਮਝ ਆਉਂਦੀ ਹੈ, ਹਰ ਇੱਕ ਦਾ ਕਲਿਆਣ ਕਰਦੀ ਹੈ। ਖੂਹ ਦਾ ਪਾਣੀ ਜਿਹੜਾ ਹੈ ਉਹ ਖਾਰਾ ਵੀ ਹੋ ਸਕਦਾ, ਹੰਕਾਰ ਆ ਸਕਦਾ। ਬਾਣੀ ਪੜ੍ਹ ਕੇ ਨਿਮਰਤਾ ਹੁੰਦੀ ਹੈ। ਜਦੋਂ ਆਹ ਬਚਨ ਕਹੇ ਨਾ, ਜਿਹੜਾ ਸਾਰੀ ਦੁਨੀਆ ਨੂੰ ਜਿੱਤਦਾ ਫਿਰਦਾ ਸੀ ਬੇਣੀ ਪ੍ਰਸ਼ਾਦ, ਗੁਰੂ ਅਮਰਦਾਸ ਦੇ ਚਰਨਾਂ ਦੇ ਢਹਿ ਪਿਆ, ਸਿਰ ਰੱਖ ਕੇ ਰੋਣ ਲੱਗ ਪਿਆ, ਬਖਸ਼ ਲਓ ਮਹਾਰਾਜ, ਮੈਨੂੰ ਬਖਸ਼ ਲਓ। ਮੈਂ ਤਾਂ ਭੁਲੇਖੇ ਜੀ ਪਿਆ ਸੀਗਾ, ਮੈਂ ਸਮਝਦਾ ਸੀ ਕਿ ਮੇਰੇ ਤੋਂ ਵੱਡਾ ਕੋਈ ਵਿਦਵਾਨ ਨਹੀਂ ਔਰ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਦਾ। ਮਹਾਰਾਜ ਤੁਸੀਂ ਮੈਨੂੰ ਲਾਜਵਾਬ ਕਰ ਦਿੱਤਾ। ਆਹ ਗ੍ਰੰਥ ਪੋਥੀਆਂ ਹੁਣ ਮੇਰੇ ਕਿਸੇ ਕੰਮ ਦੇ, ਮੈਨੂੰ ਆਪਣੀ ਬਾਣੀ ਪੜ੍ਹਾਓ। ਆਪਣੀ ਵਿਦਿਆ ਦਾ ਹੰਕਾਰ ਛੱਡ ਕੇ ਬੇਣੀ ਪ੍ਰਸ਼ਾਦ ਸ੍ਰੀ ਗੁਰੂ ਅਮਰਦਾਸ ਦਾ ਸਿੱਖ ਬਣ ਗਿਆ। ਇਤਿਹਾਸ 'ਚ ਬਚਨ ਆਉਂਦੇ, ਭਾਈ ਸੰਤੋਖ ਸਿੰਘ ਜੀ ਲਿਖਦੇ, ਬੇਣੀ ਪ੍ਰਸ਼ਾਦ ਸੇਵਾ ਕਰਨ ਲੱਗ ਪਿਆ। ਸੇਵਾ ਕੀ ਸੀ? ਝੂਠੇ ਭਾਂਡੇ ਮਾਂਜਣ ਦੀ। ਸੰਗਤ ਪ੍ਰਸ਼ਾਦਾ ਛਕਦੀ ਹੈ, ਥਾਲੀਆਂ ਕੌਲੀਆਂ ਗਲਾਸ ਜੋ ਬਰਤਨ ਛੰਨੇ ਚੁੱਕਣੇ ਮਾਂਜਣੇ। ਸਿੱਖਾਂ ਨੂੰ ਪਤਾ ਲੱਗ ਗਿਆ ਇਹ ਪੰਡਤ ਹੈ, ਇਹ ਬ੍ਰਾਹਮਣ ਹੈ। ਤੇ ਬ੍ਰਾਹਮਣ ਦਾ ਉਸ ਜ਼ਮਾਨੇ 'ਚ ਬਹੁਤ ਜ਼ਿਆਦਾ ਸਤਿਕਾਰ ਹੁੰਦਾ ਸੀ। ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਦੁਨੀਆ ਉਹਨੂੰ ਗੁਰੂ ਮੰਨਦੀ ਹੈ। ਉਹ ਸਿੱਖ ਸੋਚਦੇ ਹੈ
ਵੀ ਇਹ ਪੰਡਤ ਹੈ, ਵਿਦਵਾਨ ਹੈ, ਬ੍ਰਾਹਮਣ ਹੈ, ਇਹ ਸਾਡੇ ਜੂਠੇ ਭਾਂਡੇ ਮਾਂਜੇ, ਸਾਨੂੰ ਭਾਰ ਚੜ੍ਹਦਾ। ਅੱਜ ਵੀ ਕੋਈ ਸਾਡੇ ਤੋਂ ਵੱਡਾ ਸਾਡਾ ਭਾਂਡਾ ਚੁੱਕਣ ਲੱਗੇ, ਆਪਾਂ ਰੋਕਾਂਗੇ ਨਾ? ਆਪਣੇ ਤੋਂ ਉਮਰ 'ਚ ਵੱਡਾ ਹੋਵੇ, ਕੋਈ ਵਿੱਦਿਆ 'ਚ ਵੱਡਾ ਹੋਵੇ, ਕੋਈ ਅਹੁਦੇ 'ਚ ਵੱਡਾ ਹੋਵੇ, ਤੇ ਆਪਾਂ ਨਾ ਬਾਬਾ ਜੀ ਨਾ ਸਾਡੀ ਥਾਲੀ, ਨਾ ਅਸੀਂ ਆਪੇ ਮਾਂਜਾਂਗੇ, ਇੱਦਾਂ ਹੀ ਕਹਿੰਦੇ ਆ। ਉਹ ਥਾਲੀ ਚੁੱਕਣ ਲੱਗਿਆ ਕਰੇ, ਸੰਗਤ ਥਾਲੀ ਨਾ ਉਹਨੂੰ ਦਿਆ ਕਰੇ। ਉਹ ਕਿਆ ਕਰੇ, ਮੈਂ ਵੀ ਸਿੱਖਾਂ ਗੁਰੂ ਦਾ, ਮੈਨੂੰ ਭਾਂਡੇ ਕਿਉਂ ਨਹੀਂ ਮਾਂਜਣ ਦਿੰਦੇ? ਉਹ ਕਹਿੰਦੇ ਤੁਸੀਂ ਪੰਡਤ ਜੀ ਹੋ, ਤੁਹਾਡੇ ਤੋਂ ਨਹੀਂ ਅਸੀਂ ਭਾਂਡੇ ਮੰਜਾਣੇ। ਉਹ ਵਿਚਾਰਾ ਤੰਗ ਹੋ ਕੇ ਗੁਰੂ ਅਮਰਦਾਸ ਜੀ ਕੋਲ ਆਇਆ, ਕਹਿੰਦਾ ਮਹਾਰਾਜ ਤੁਹਾਡੇ ਸਿੱਖ ਮੈਨੂੰ ਸੇਵਾ ਨਹੀਂ ਕਰਨ ਦਿੰਦੇ, ਮੇਰੇ ਨਾਲ ਵਿਤਕਰਾ ਕਰਦੇ। ਮਹਾਰਾਜ ਕਹਿੰਦੇ ਪੰਡਤ ਜੀ ਗੁਰੂ ਕੇ ਸਿੱਖ ਨਹੀਂ ਕਿਸੇ ਨਾਲ ਵਿਤਕਰਾ ਕਰਦੇ, ਇਹਨਾਂ ਦੀ ਦ੍ਰਿਸ਼ਟੀ ਸਮ ਹੈ ਸਾਰਿਆਂ ਵਾਸਤੇ। ਕਹਿੰਦਾ ਫਿਰ ਮੈਨੂੰ ਭਾਂਡੇ ਕਿਉਂ ਨਹੀਂ ਮਾਂਜਣ ਦਿੰਦੇ, ਮੈਨੂੰ ਸੇਵਾ ਕਿਉਂ ਨਹੀਂ ਕਰਨ ਦਿੰਦੇ? ਮਹਾਰਾਜ ਕਹਿੰਦੇ ਸਾਡੇ ਸਿੱਖ ਸਿਆਣੇ ਆ। ਕਹਿੰਦਾ ਮੈਂ ਨਿਆਣਾ, ਮੈਂ ਵੀ ਸੇਵਾ ਕਰਦਾ, ਸਿੱਖ ਸਿਆਣੇ ਕਿਉਂ, ਮੈਨੂੰ ਸੇਵਾ ਤੋਂ ਕਿਉਂ ਰੋਕਦੇ ਆ? ਮਹਾਰਾਜ ਕਹਿੰਦੇ ਜਿਹੜੀ ਸੇਵਾ ਤੂੰ ਕਰ ਸਕਦਾ ਨਾ, ਤੂੰ ਉਹ ਛੱਡੀ ਬੈਠਾ, ਧੱਕੇ ਨਾਲ ਦੂਜਿਆਂ ਦੀ ਸੇਵਾ ਖੋਹਦਾ। ਸੇਵਾ ਵੀ ਨਹੀਂ ਕਿਸੇ ਦੀ ਖੋਣੀ ਚਾਹੀਦੀ, ਜਿਹੜਾ ਕੋਈ ਕਰਦਾ ਉਹਨੂੰ ਕਰਨ ਦਿਓ, ਆਪ ਕੋਈ ਹੋਰ ਸੇਵਾ ਕਰ ਲਓ। ਜਿਹੜੀ ਸਿੱਖਾਂ ਦੀ ਸੇਵਾ ਤੂੰ ਖੋਹਣਾ, ਉਹ ਤੈਨੂੰ ਆਪਣਾ ਹੱਕ ਕਿਵੇਂ ਦੇ ਦੇਣਾ? ਕਹਿੰਦਾ ਮੈਂ ਸਮਝਿਆ ਨਹੀਂ। ਮਹਾਰਾਜ ਕਹਿੰਦੇ ਜਿਹੜੀ ਸੇਵਾ ਤੂੰ ਕਰ ਸਕਦਾ ਉਹ ਕਰਿਆ ਕਰ। ਕਹਿੰਦਾ ਮੈਨੂੰ ਦੱਸੋ ਮੈਂ ਕੀ ਕਰ ਸਕਦਾ? ਹਜੂਰ ਕਹਿੰਦੇ ਤੂੰ ਵਿਦਵਾਨ ਹੈ, ਤੂੰ ਗੁਰੂ ਕੇ ਦਰਬਾਰ 'ਚ ਗੁਰਬਾਣੀ ਦੀ ਕਥਾ ਕਰਿਆ ਕਰ, ਇਹ ਵੀ ਸੇਵਾ ਹੈ। ਆਖੋ ਸ੍ਰੀ ਵਾਹਿਗੁਰੂ। ਤੂੰ ਵਿਦਵਾਨ ਹੈ, ਤੈਨੂੰ ਪ੍ਰਮਾਣ ਦੇਣੇ ਆਉਂਦੇ ਹੈ ਸ਼ਾਸਤਰਾਂ ਦੇ, ਸਿਮਰਤੀਆਂ ਦੇ, ਪੁਰਾਣਾਂ ਦੇ, ਤੈਨੂੰ ਗਿਆਨ ਹੈ, ਤੂੰ ਗੁਰੂ ਕੀ ਸੰਗਤ 'ਚ ਭਗਤੀ ਦਾ ਪ੍ਰਚਾਰ ਕਰਿਆ ਕਰ। ਭਾਂਡੇ ਮਾਂਜਣ ਵਾਲੇ ਹੋਰ ਗੁਰੂ ਕੇ ਸਿੱਖ ਨੇ, ਉਹਨਾਂ ਨੂੰ ਸੇਵਾ ਕਰਨ ਦੇ। ਜਿਹੜੀ ਸੇਵਾ ਅਸੀਂ ਤੈਨੂੰ ਲਾਨੇ ਤੂੰ ਉਹ ਕਰਿਆ ਕਰ। ਬੇੜੀ ਪ੍ਰਸਾਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਮੰਨ ਕੇ ਗੁਰਬਾਣੀ ਦੀ ਕਥਾ ਕਰਨ ਲੱਗ ਪਏ। ਉਸ ਬੇੜੀ ਪ੍ਰਸਾਦ ਦੀ 9ਵੀਂ ਪੀੜ੍ਹੀ ਦੇ ਵਿੱਚ ਪੰਡਤ ਹਰਦਿਆਲ ਜੀ ਹੋਏ ਨੇ, ਜਿਨ੍ਹਾਂ ਨੇ ਵਿਰਾਗ ਸ਼ਤਕ ਦਾ ਤੇ ਸਾਰੁਕਤਾਵਲੀ ਦਾ ਟੀਕਾ ਲਿਖਿਆ, ਗ੍ਰੰਥ ਰਚਿਆ। ਐਸੇ ਐਸੇ ਮਹਾਂਪੁਰਸ਼ ਕਥਾ ਕਰਿਆ ਕਰਦੇ ਸੀ, ਵਿਦਵਾਨ ਕਥਾ ਕਰਿਆ ਕਰਦੇ ਸੀ, ਗੁਰੂ ਸਾਹਿਬ ਕਰਾਇਆ ਕਰਦੇ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪੰਡਤ ਨਿਤਿਆਨੰਦ ਜੀ ਬਟਾਲੇ ਦੇ ਰਹਿਣ ਵਾਲੇ ਗੁਰੂ ਦਰਬਾਰ 'ਚ ਕਥਾ ਕਰਿਆ ਕਰਦੇ ਸੀ। ਕਥਾ ਦਾ ਬੜਾ ਮਹਾਤਮ ਹੈ ਖਾਲਸਾ ਜੀ। ਤੇ ਕਥਾ ਆਪਾਂ ਅੱਜ ਇੱਥੇ ਕਥਾ ਦਰਬਾਰ ਰਚਿਆ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੀ ਕਥਾ, ਗੁਰੂ ਇਤਿਹਾਸ ਦੀ ਕਥਾ, ਪ੍ਰਾਚੀਨ ਗ੍ਰੰਥਾਂ ਦੀ ਕਥਾ, ਉਹ ਸੁਣਨ ਨਾਲ ਨਾ ਬੰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਸ਼ੰਕੇ ਮਿਟਦੇ ਹੈ। ਜੇ ਸੂਰਜ ਪ੍ਰਕਾਸ਼ ਦੀ ਸਾਰੀ ਕਥਾ ਸੁਣ ਲਓ, ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਸੁਣ ਲਓ, ਸਾਧ ਸੰਗਤ ਜੀ ਸਾਡੇ ਸਾਰੇ ਹੀ ਭਰਮ ਭੁਲੇਖੇ ਦੂਰ ਹੋ ਜਾਣਗੇ, ਕੋਈ ਸਵਾਲ ਰਹੇਗਾ ਹੀ ਨਹੀਂ। ਰਾਤੀ ਵੀ ਗੱਲ ਚੱਲੀ ਸੀ ਸ਼ੰਕੇ ਬਾਰੇ, ਬਾਬਾ ਜੀ ਨੇ ਵੀ ਦੱਸਿਆ ਵੀ ਸਹਿ ਸਹਿ ਜੀਓ ਮਲੀਨ ਹੈ। ਉਵੇਂ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ ਆਨੰਦ ਸਾਹਿਬ, ਸਹਿ ਸਹਿ ਜੀਓ ਮਲੀਨ ਹੈ। ਸਾਡੇ ਜਿੰਨੇ ਸੰਸੇ ਨੇ ਉਹਦੇ ਨਾਲ ਸਾਡਾ ਮਨ ਮੈਲਾ ਹੋਇਆ। ਸੰਸਾਵਾਦੀ ਦੂਜੇ ਦੀ ਕੋਈ ਲੱਤ ਨਹੀਂ ਭੰਨ ਸਕਦਾ, ਦੂਜੇ ਦਾ ਕੁਝ ਨਹੀਂ ਵਿਗਾੜ ਸਕਦਾ, ਆਪਣਾ ਹੀ ਬੇੜਾ ਗਰਕ ਕਰੀ ਜਾਂਦਾ, ਦੁਖੀ ਹੈ ਉਹ। ਜਿਹਨੂੰ ਕੋਈ ਸ਼ੰਕਾ ਹੈ ਨਾ, ਸ਼ੰਕਾਵਾਦੀ ਦੁਖੀ ਹੈ, ਦੂਜੇ ਦਾ ਕੁਝ ਨਹੀਂ ਵਿਗਾੜ ਸਕਦਾ, ਆਪ ਪਰੇਸ਼ਾਨ ਹੈ। ਤੇ ਉਹਨੂੰ ਚਾਹੀਦਾ ਹੈ ਕਿ ਛੇਤੀ ਤੋਂ ਛੇਤੀ ਆਪਣੇ ਸੰਸੇ ਦਾ ਹੀ ਨਿਰਵਿਰਤੀ ਕਰਾ ਲਵੇ, ਜਿੱਥੋਂ ਹੁੰਦੀ ਹੋਵੇ। ਸੋ ਗੁਰੂ ਕੇ ਚਰਨਾਂ ਵਿੱਚ ਅੱਜ ਕਥਾ ਵਿੱਚ ਮਹਾਂਪੁਰਸ਼ਾਂ ਨੇ ਆਪ ਜੀ ਨਾਲ ਵਿਚਾਰਾਂ ਕਰਨੀਆਂ, ਸੰਸਿਆਂ ਦੀ ਨਿਰਵਿਰਤੀ। ਕੱਲ੍ਹ ਇੱਕ ਸਵਾਲ ਦਾਸ ਨੂੰ ਦੱਸਿਆ ਸੀਗਾ ਕਿਸੇ ਵੀਰ ਦਾ, ਉਹ ਸਵਾਲ ਸੀ ਵੀ ਸ੍ਰੀ ਬਚਿੱਤਰ ਨਾਟਕ ਜੋ ਬਾਣੀ ਹੈ, ਇਹ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੀ ਰਚਨਾ ਹੈ? ਇਹ ਸਵਾਲ ਸੀਗਾ ਵੀ ਬਚਿੱਤਰ ਨਾਟਕ ਜੋ ਬਾਣੀ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ। ਨਾਲ ਲਿਖਣ ਉਹਨੇ ਇੱਕ ਹੋਰ ਗੱਲ ਵੀ ਲਿਖੀ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ ਤਾਂ ਫਿਰ ਹੋਰ ਕਿਹਦੀ ਰਚਨਾ ਹੈ? ਮੈਂ ਇਹ ਬੇਨਤੀ ਕਰਾਂ ਵੀ ਹੋਰ ਕਿਹਦੀ ਦਾ ਜਵਾਬ ਤਾਂ ਉਹ ਦੇਣ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਨਹੀਂ ਮੰਨਦੇ। ਉਹਨਾਂ ਨੂੰ ਪੁੱਛੋ ਵੀ ਤੁਸੀਂ ਦੱਸੋ ਵੀ ਜੇ ਗੁਰੂ ਸਾਹਿਬ ਜੀ ਦੀ ਨਹੀਂ ਹੈ ਤਾਂ ਕਿਹਦੀ ਹੈ, ਸਾਬਤ ਕਰੋ। ਹਾਂ, ਦਸਮ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਨੂੰ ਮੰਨਣ ਵਾਲਿਆਂ ਦਾ ਜੋ ਨਿਸ਼ਚਾ
ਸਭ ਤੋਂ ਪ੍ਰਥਮ ਜੋ ਹੈ ਪ੍ਰਮਾਣ, ਦੇਖੋ ਪਰੰਪਰਾ ਤੋਂ ਪ੍ਰਮਾਣ ਹੁੰਦਾ ਜੇ। ਅਸੀਂ ਕਹਿੰਦੇ ਹਾਂ ਵੀ ਆਹ ਗੱਲ ਮੇਰੇ ਪਿਤਾ ਜੀ ਨੇ ਦੱਸੀ ਸੀ, ਪਿਤਾ ਜੀ ਨੂੰ ਦਾਦਾ ਜੀ ਨੇ ਦੱਸੀ ਸੀ, ਦਾਦਾ ਜੀ ਨੂੰ ਪੜਦਾਦਾ ਜੀ ਨੇ ਦੱਸੀ ਸੀ। ਉਹ ਇੱਦਾਂ ਇੱਕ ਸੀਰੀਅਲ ਵਾਈ ਗੱਲ ਆਉਂਦੀ, ਉਹ ਗਵਾਹੀ ਮੰਨੀ ਜਾਂਦੀ ਹੈ, ਉਹ ਸਾਖ ਮੰਨੀ ਜਾਂਦੀ ਹੈ, ਉਹ ਪ੍ਰਮਾਣ ਮੰਨਿਆ ਜਾਂਦਾ। ਸਾਡਾ ਜੋ ਗੁਰੂ ਦਸਮ ਪਾਤਸ਼ਾਹ ਜੀ ਮਹਾਰਾਜ ਦਾ ਚਰਿੱਤਰ ਸਾਹਿਤ ਹੈ, ਉਹਨਾਂ ਦੇ ਬਾਰੇ, ਉਹਨਾਂ ਦੇ ਜੀਵਨ ਬਾਰੇ ਜੋ ਕੁਝ ਲਿਖਿਆ ਗਿਆ ਹੈ, ਉਹਦੇ ਬਾਰੇ ਲਗਭਗ 18-19 ਗ੍ਰੰਥ 18ਵੀਂ ਸਦੀ 'ਚ ਲਿਖੇ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਵਨੀ ਬਾਰੇ। ਜੇ ਮੈਂ ਉਹਨਾਂ ਗ੍ਰੰਥਾਂ ਦੇ ਹੀ ਨਾਮ ਲੈਣ ਲੱਗ ਜਾਵਾਂ ਤਾਂ ਵੀ ਨਾਂ ਲੈਂਦਿਆਂ ਲੈਂਦਿਆਂ ਹੀ 10-15 ਮਿੰਟ ਲੱਗ ਜਾਣੇ। ਗੁਰਬਿਲਾਸ ਪਾਤਸ਼ਾਹੀ ਦਸਵੀਂ, ਕੋਇਰ ਸਿੰਘ, ਬੰਸਾਵਲੀ ਨਾਮਾ, ਦਸਾਂ ਪਾਤਸ਼ਾਹੀਆਂ ਕਾ, ਕੇਸਰ ਸਿੰਘ ਛਿੱਬਰ, ਮਹਿਮਾ ਪ੍ਰਕਾਸ਼ ਬਾਬਾ ਸਰੂਪ ਦਾਸ ਜੀ ਭੱਲਾ, ਗੁਰਬਿਲਾਸ ਪਾਤਸ਼ਾਹੀ ਦਸਵੀਂ ਭਾਈ ਸੁੱਖਾ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ। ਇਸੇ ਤਰ੍ਹਾਂ ਸਿੰਘ ਸਾਗਰ ਕਵੀ ਵੀਰ ਸਿੰਘ ਬੱਲ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਸੂਰਜ ਪ੍ਰਕਾਸ਼ ਗ੍ਰੰਥ ਗੁਰਪ੍ਰਤਾਪ, ਗਿਆਨੀ ਗਿਆਨ ਸਿੰਘ ਜੀ ਦਾ ਨਵੀਨ ਪੰਥ ਪ੍ਰਕਾਸ਼, ਭਾਈ ਰਤਨ ਸਿੰਘ ਜੀ ਦਾ ਪ੍ਰਾਚੀਨ ਪੰਥ ਪ੍ਰਕਾਸ਼। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੱਕ ਬੜੇ ਬੜੇ ਮਹਾਨ ਵਿਦਵਾਨ ਪ੍ਰੋਫੈਸਰ ਗਿਆਨੀ ਪੰਥ 'ਚ ਹੁੰਦੇ ਆ ਰਹੇ ਨੇ। ਭਾਈ ਮਨੀ ਸਿੰਘ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਦਸਮ ਦੀ ਬੀੜ ਨੂੰ ਆਪਣੇ ਹੱਥਾਂ ਨਾਲ ਲਿਖਿਆ, ਉਹਨਾਂ ਨੇ ਉਹਨੂੰ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਕਰਕੇ ਹੀ ਅੰਕਿਤ ਕੀਤਾ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਵਨੀ ਨੂੰ ਪੂਰਨ ਕਰਨ ਦੀ ਗੱਲ ਆਈ, ਸਭ ਤੋਂ ਪਹਿਲਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕਿਸੇ ਕਵੀ ਨੇ ਗ੍ਰੰਥ ਲਿਖਿਆ, ਸਭ ਤੋਂ ਪਹਿਲਾ, ਉਹ ਹੈ ਗੁਰਸੋਭਾ। 52 ਕਵੀਆਂ ਵਿੱਚੋਂ ਕਵੀ ਸੈਨਾਪਤੀ, ਅੰਮ੍ਰਿਤ ਛਕ ਕੇ ਸੈਣਾ ਸਿੰਘ ਬਣ ਗਏ। ਕਵੀ ਸੈਨਾਪਤੀ ਨੇ ਲਿਖਿਆ ਸੈਣਾ ਸਿੰਘ ਕਹੀ ਗੁਰਸੋਭਾ, ਗ੍ਰੰਥ ਦਾ ਨਾਮ ਹੈ ਗੁਰਸੋਭਾ। ਔਰ ਇੱਕ ਜਿਨ੍ਹਾਂ ਨੇ ਉਹ ਦੋਵੇਂ ਗ੍ਰੰਥ ਪੜ੍ਹੇ ਉਹਨਾਂ ਨੂੰ ਪਤਾ, ਜਿੱਥੇ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ, ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਜੋਤੀ ਜੋ ਸਮਾਨ ਦੀ ਕਥਾ ਤਾਂ ਨਹੀਂ ਸੀ ਨਾ ਲਿਖ ਸਕਦੇ ਆਪ। ਇੱਕ ਰਾਈਟਰ ਆਪਣੇ ਜੀਵਨ ਦੀ ਕਹਾਣੀ ਲਿਖ ਰਿਹਾ, ਆਪਣੀ ਡਾਇਰੀ ਲਿਖ ਰਿਹਾ, ਜੋਤੀ ਜੋ ਸਮਾਨ ਤੱਕ ਦੀ ਜਿਹੜੀ ਕਥਾ ਉਹ ਨਹੀਂ। ਇੱਥੋਂ ਤੱਕ ਵੀ ਅਖੀਰਲੇ ਸਾਲਾਂ ਦੀ ਕਥਾ ਵੀ ਸਤਿਗੁਰੂ ਪਾਤਸ਼ਾਹ ਜੀ ਨੂੰ ਲਿਖਣ ਦਾ ਸਮਾਂ ਨਹੀਂ ਮਿਲਿਆ। ਕੇਵਲ 1696 ਤੱਕ ਦੀ ਕਥਾ ਹੈ। 1696 ਤੱਕ ਦੀਆਂ ਗੱਲਾਂ ਜਿਹੜੀਆਂ ਨੇ ਉਹ ਬਚਿੱਤਰ ਨਾਟਕ 'ਚ ਆਉਂਦੀਆਂ ਨੇ। 1666 ਵਿੱਚ ਮਹਾਰਾਜ ਦਾ ਅਵਤਾਰ ਹੁੰਦਾ। 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ। 1665 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ, ਬਿਹਾਰ, ਪੂਰਬ ਨੂੰ ਪਿਆਨਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਕਲਮ ਨਾਲ ਲਿਖਦੇ, ਮੁਰ ਪਿਤ ਪੂਰਬ ਕੀਸ ਪਿਆਨਾ, ਮੇਰੇ ਪਿਤਾ ਨੇ ਪੂਰਬ ਨੂੰ ਪਿਆਨਾ ਕੀਤਾ। ਜੇ ਕਿਸੇ ਹੋਰ ਕਵੀ ਦੀ ਬਾਣੀ ਹੁੰਦੀ, ਉਹ ਕਹਿੰਦਾ ਵੀ ਗੁਰੂ ਤੇਗ ਬਹਾਦਰ ਨੇ ਜਾਂ ਗੁਰੂ ਗੋਬਿੰਦ ਸਿੰਘ ਦੇ ਪਿਤਾ ਨੇ ਪਿਆਨਾ ਕੀਤਾ, ਮੇਰਾ ਪਿਤਾ ਨਹੀਂ ਕਹਿੰਦਾ। ਦੇਖੋ ਇਹ ਗੱਲ ਫਸਟ ਪਰਸਨ, ਸੈਕੰਡ ਪਰਸਨ, ਥਰਡ ਪਰਸਨ, ਆਪਾਂ ਵਿਆਕਰਨ ਦੇ ਜਿਹੜੇ ਗ੍ਰਾਮਰ ਦੇ ਗਿਆਨੀ ਆ ਉਹਨਾਂ ਨੂੰ ਪਤਾ, ਜਿਹੜਾ ਪਹਿਲਾ ਪੁਰਖ ਹੁੰਦਾ ਮੈਂ ਕੀਤਾ, ਦੂਜਾ ਤੂੰ ਕੀਤਾ, ਤੀਜਾ ਉਹ ਦੂਜੇ ਬਾਰੇ ਆਪਾਂ ਗੱਲ ਕਰਦੇ ਹਾਂ, ਤੀਜੇ ਬਾਰੇ, ਉਹਨੂੰ ਥਰਡ ਪਰਸਨ ਕਹਿੰਦੇ ਆ। ਮਹਾਰਾਜ ਕਹਿੰਦੇ ਮੁਰਪਤ, ਮੇਰੇ ਪਿਤਾ ਪੂਰਬ ਨੂੰ ਪਿਆਨਾ ਕੀਤਾ। ਉਸ ਤੋਂ ਅੱਗੇ ਅਬ ਮੈਂ ਆਪਣੀ ਕਥਾ ਬਖਾਨੋ, ਆਪਣੀ ਕਥਾ, ਜੀਵਨ ਕਥਾ। ਫਿਰ ਅੱਗੇ ਇਹ ਵੀ ਲਿਖਦੇ, ਅਬ ਮੈਂ ਕਹੋ ਸੋ ਆਪਣੀ ਕਥਾ, ਸੋਢੀ ਬੰਸ ਉਪਜਿਆ ਜਥਾ। ਮੈਂ ਆਪਣੀ ਕਥਾ ਕਹਿ ਰਿਹਾ, ਜਿਵੇਂ ਮੇਰਾ ਸੋਢੀ ਬੰਸ ਚੱਲਿਆ। ਫਿਰ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਮਦਰ ਦੇਸ਼ ਹਮਕੋ ਲੈ ਆਏ। ਅੱਜ ਤੋਂ ਕੋਈ 70 ਸਾਲ ਪਹਿਲਾਂ ਵੀ ਇਹ ਸਵਾਲ ਹੋਇਆ ਸੀ। ਅਕਾਲੀ ਕੌਰ ਸਿੰਘ ਜੀ ਨੇ ਜਵਾਬ ਲਿਖਿਆ ਸੀ, ਅੰਮ੍ਰਿਤ ਰਸਾਲਾ ਸੀ, ਉਹਦੇ 'ਚ ਉਹਨਾਂ ਦਾ ਆਰਟੀਕਲ ਛਪਿਆ ਸੀ, ਉਹ ਹੁਣ ਮਿਲਦਾ, ਲੇਖ ਮਿਲਦਾ। ਉਹ ਕਹਿੰਦੇ ਮੈਨੂੰ ਇਹ ਦੱਸੋ
ਉਹ ਕਿਹੜਾ ਕਵੀ ਸੀ ਜਿਹਦਾ ਪਟਨੇ ਜਨਮ ਹੋਇਆ ਸੀ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਉਹ ਕਿਹੜਾ ਕਵੀ ਸੀ ਜਿਹਦੇ ਪਿਤਾ ਨੇ ਪੂਰਬ ਨੂੰ ਪਿਆਨਾ ਕੀਤਾ ਸੀ। ਉਹ ਕਿਹੜਾ ਕਵੀ ਸੀ ਜਿਹੜਾ 5 ਸਾਲ ਦੀ ਉਮਰ ਵਿੱਚ ਪੰਜਾਬ ਨੂੰ ਵਾਪਸ ਆਇਆ ਸੀ। ਮਦਰ ਦੇਸ਼ ਹਮ ਕੋ ਲੈ ਆਏ, ਭਾਂਤ ਭਾਂਤ ਦਾਈਨ ਦੁਰਲਾਏ। ਉਹ ਕਿਹੜਾ ਕਵੀ ਸੀ ਜਿਸ ਦੇ ਪਿਤਾ ਨੇ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀ। ਬਚਿੱਤਰ ਨਾਟਕ ਦੀਆਂ ਪੰਕਤੀਆਂ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭੰਗਾਣੀ ਦੇ ਜੰਗ 'ਚ ਦਰਸ਼ਨ ਕਰੋ। ਆਪਣੀ ਕਲਮ ਨਾਲ ਭੰਗਾਣੀ ਦਾ ਜੰਗ ਲਿਖਿਆ। ਉੱਥੇ ਮਹਾਰਾਜ ਕਹਿੰਦੇ ਫਤਿਹ ਸ਼ਾਹ ਕੋਪਾ ਤਬ ਰਾਜਾ। ਉਸ ਤੋਂ ਪਹਿਲਾਂ ਦੇਸ਼ ਚਾਲ ਹਮ ਤੇ ਪੁੰਨ ਪਈ। ਇਹ ਹਮ ਸ਼ਬਦ ਨੂੰ ਤੁਸੀਂ ਨੋਟ ਕਰੀ ਜਾਓ, ਕੋਡ ਕਰੋ ਇਸ ਗੱਲ ਨੂੰ ਵੀ ਹਮ ਕਿਹਦੇ ਵਾਸਤੇ ਵਰਤਿਆ। ਦੇਸ਼ ਚਾਲ ਹਮ ਤੇ ਪੁੰਨ ਪਈ, ਸ਼ਹਿਰ ਪਾਵਟਾ ਕੀ ਸੁਧ ਲਈ। ਅਸੀਂ ਆਨੰਦਪੁਰ ਛੱਡ ਕੇ ਪਾਵਟਾ ਸ਼ਹਿਰ ਜਮਨ ਕਾਲਿੰਦਰੀ ਤਟ ਕਰੇ ਬਿਲਾਸਾ। ਕਲਿੰਦਰੀ ਜਮਨਾ ਦਾ ਨਾਮ ਹੈ, ਤੁਸੀਂ ਸੰਸਕ੍ਰਿਤ ਦੇ ਡਿਕਸ਼ਨਰੀ ਵੇਖ ਸਕਦੇ ਹੋ। ਕਲਿੰਦਰੀ ਤਟ ਕਹਿੰਦੇ ਕਿਨਾਰਾ, ਜਮਨਾ ਦੇ ਕੰਢੇ ਤੇ ਬਿਲਾਸ ਕੀਤੇ, ਕੌਤਕ ਕੀਤੇ, ਪਾਵਟਾ ਵਸਾਇਆ। ਉੱਥੇ ਫਿਰ ਮਹਾਰਾਜ ਕਹਿੰਦੇ ਫਤਿਹ ਸ਼ਾਹ ਕੋਪਾ ਤਬ ਰਾਜਾ। ਗੜਵਾਲ ਦਾ ਰਾਜਾ ਸਾਡਾ ਵੈਰੀ ਬਣ ਗਿਆ। ਲੋ ਪਰਾ ਹਮ ਸੋ ਬਿਨ ਕਾਜਾ। ਲੋ ਮੈਨੇ ਲੜਾਈ, ਲੋਹੇ ਤੇ ਲੋਹਾ ਖੜਕਣਾ, ਜੰਗ। ਉਹਨੇ ਬਿਨਾਂ ਮਤਲਬ ਦੇ ਸਾਡੇ ਨਾਲ ਦੁਸ਼ਮਣੀ ਕਰ ਲਈ। ਸਾਡਾ ਤਾਂ ਕੋਈ ਵੈਰ ਨਹੀਂ ਸੀ, ਪਰ ਉਹ ਵੈਰੀ ਬਣ ਗਿਆ ਭੀਮ ਚੰਦ ਦੇ ਆਖੇ ਲੱਗ ਕੇ। ਫਿਰ ਅੱਗੇ ਮਹਾਰਾਜ ਕਹਿੰਦੇ ਤਹਾਂ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋਪੇ। ਇਹ ਸੰਗਰਾਮ ਸ਼ਾਹ ਕੌਣ ਸੀ? ਜੀਤ ਮੱਲ ਕੌਣ ਸੀ? ਗੁਲਾਬ ਚੰਦ ਕੌਣ ਸੀ? ਗੰਗਾ ਰਾਮ ਕੌਣ ਸੀ? ਮਾਰੀ ਚੰਦ ਕੌਣ ਸੀ? ਇਹ ਗੁਰੂ ਗੋਬਿੰਦ ਸਿੰਘ ਦੀ ਸੱਕੀ ਭੂਆ ਦੇ ਪੁੱਤਰ ਸਨ, ਬੀਬੀ ਬੀਰੋ ਦੇ। ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੁਲਾਬ ਰਾਏ, ਗੰਗਾ ਰਾਮ, ਇਹ 5 ਭਰਾ ਗੁਰੂ ਹਰਗੋਬਿੰਦ ਸਾਹਿਬ ਦੇ ਦੋਤਰੇ ਸਨ। ਗੁਰੂ ਤੇਗ ਬਹਾਦਰ ਦੇ ਭਾਣਜੇ ਸਨ। ਇਸ ਕਰਕੇ ਇਹਨਾਂ ਨੂੰ ਗੁਰੂ ਭਾਣਜੇ ਕਿਹਾ ਜਾਂਦਾ ਇਤਿਹਾਸ ਵਿੱਚ। ਤਹਾਂ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋਪੇ। ਗੁਰੂ ਗੋਬਿੰਦ ਸਿੰਘ ਆਪਣੀ ਕਲਮ ਨਾਲ ਲਿਖਦੇ ਹੈ ਕਿ ਮੇਰੀ ਭੂਆ ਦੇ ਪੁੱਤਰ ਉੱਥੇ ਮੈਦਾਨੇ ਜੰਗ ਵਿੱਚ ਗੱਜੇ, ਯੁੱਧ ਹੋਇਆ ਤੇ ਨਜਾਬਤ ਖਾਂ ਦੇ ਨਾਲ ਮੇਰੀ ਭੂਆ ਦਾ ਪੁੱਤਰ ਲੜਿਆ। ਨਜਾਬਤ ਖਾਂ ਨੂੰ ਮਾਰ ਕੇ ਸ਼ਹੀਦੀ ਪਾ ਗਿਆ। ਮਾਰ ਨਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ, ਹੈ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ। ਫਿਰ ਉਹਦਾ ਭਰਾ ਛੋਟਾ ਜੀਤ ਮੱਲ, ਗੁਰੂ ਸਾਹਿਬ ਦੀ ਭੂਆ ਦਾ ਪੁੱਤਰ, ਉਹ ਵੀ ਸ਼ਹੀਦ ਹੋਇਆ। ਜੀਤ ਮੱਲ ਤੋਂ ਬਾਅਦ ਮਹਾਰਾਜ ਕਹਿੰਦੇ ਜਿਹੜਾ ਹਰੀ ਚੰਦ ਰਾਜਾ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਸੀ ਸਾਡੀ ਫੌਜ ਦਾ। ਹਰੀ ਚੰਦ ਮਾਰੇ ਸੋ ਜੋਧਾ ਲਤਾਰੇ, ਸੋ ਕਾਰੋੜ ਰਾਜੰ ਵਹਿ ਕਾਲ ਕਹਾਇੰ। ਉਹ ਜਿਹੜਾ ਹਰੀ ਚੰਦ ਰਾਜਾ ਸੀ ਉਹ ਸਾਡੇ ਸਾਹਮਣੇ ਆ ਗਿਆ। ਉਹਨੇ ਮੈਨੂੰ ਤੱਕ ਕੇ ਤੀਰ ਚਲਾਏ। ਉਹਦੇ ਤੀਰ ਆਏ, ਮਹਾਰਾਜ ਕਹਿੰਦੇ ਉਹ ਤੀਰ ਮੇਰੇ ਸਰੀਰ ਦੇ ਕੋਲੋਂ ਲੰਘੇ। ਇੱਕ ਕੰਨ ਨੂੰ ਛੂਹ ਕੇ ਲੰਘਿਆ। ਦੁੱਤੀਆ ਤਾਕ ਕੇ ਤੀਰ ਮੋਕੋ ਚਲਾਇੰ। ਮੈਨੂੰ ਤੱਕ ਕੇ ਉਹਨੇ ਤੀਰ ਚਲਾਇਆ, ਮੇਰੇ ਕੰਨ ਕੋਲੋਂ ਲੰਘ ਗਿਆ। ਦੂਜਾ ਤੀਰ, ਤੀਜਾ ਤੀਰ ਤਿੱਤਿਓ ਬਾਣ ਮਾਰ ਸੋ ਪੇਟੀ ਮਝਾਰੰ। ਤੀਜਾ ਮੇਰੇ ਕਮਰ ਕਸੇ 'ਚ ਬੈਲਟ ਜਿਹੜੀ ਮੈਂ ਲਾਈ ਸੀ, ਪੇਟੀ ਲਾਈ ਸੀ, ਉਹਦੇ ਉੱਤੇ ਮਾਰਿਆ। ਕਮਰ ਕਸੇ, ਪਹਿਲਾਂ ਉਹਨੇ ਬੈਲਟ ਨੂੰ ਚੀਰਿਆ, ਫਿਰ ਕੱਪੜੇ ਨੂੰ ਪਾੜਿਆ, ਫਿਰ ਮੇਰੀ ਜਾ ਕੇ ਜਿਹੜੀ ਚਮੜੀ ਹੈ ਉਹਦੇ ਚੁਭੀ ਚਿੰਚ ਚਰਮੰ। ਉਹਦੀ ਜਿਹੜੀ ਤਿੱਖੀ ਨੋਕ ਸੀਗੀ ਉਹ ਮੇਰੇ ਧੁੰਨੀ ਦੇ ਲਾਗੇ ਜਾ ਕੇ ਚੁਭੀ, ਪਰ ਇੰਨੀ ਕਿ ਜਿਵੇਂ ਕੋਈ ਮਾਮੂਲੀ ਜੀ ਸੂਈ ਲੱਗਦੀ ਹੈ। ਕਛ ਘਾਇੰ ਨਾ ਆਇੰ, ਕੋਈ ਜ਼ਖਮ ਨਹੀਂ ਹੋਇਆ। ਤੇ ਕਾਲ ਪੁਰਖ ਨੇ ਕਲੰਕ ਕੇਵਲੰ ਦਾਸ ਜਾਨੰ ਬਚਾਇੰ। ਮੇਰੀ ਜਾਨ ਪਰਮੇਸ਼ਰ ਨੇ ਬਚਾ ਲਈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਅਸੀਂ ਯੁੱਧ ਜਿੱਤਿਆ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਮੇਰੀ ਜਿੱਤ ਹੋਈ ਉਸ ਕਿਰਪਾ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੇ ਨਾਲ। ਫਿਰ ਹਜ਼ੂਰ ਕਹਿੰਦੇ ਯੁੱਧ ਜੀਤ ਆਏ ਜਬੈ, ਟਿਕਿਓ ਨਾ 3 ਪੁਰ ਪਾਮ, ਕਹਾ ਲੂਰ ਮੈਂ ਬਾਂਧਿਓ ਆਨ ਆਨੰਦਪੁਰ ਗਾਮ। ਅਸੀਂ ਪੌਂਟਾ ਜਗ੍ਹਾ ਛੱਡ ਕੇ ਜੰਗ ਤੋਂ ਬਾਅਦ
ਆਨੰਦਪੁਰ ਸਾਹਿਬ ਆ ਕੇ ਵਸਾਇਆ। ਉੱਥੇ ਫਿਰ ਥੋੜ੍ਹੇ ਸਮੇਂ ਬਾਅਦ ਉਹੀ ਗੁਰੂ ਘਰ ਦਾ ਵੈਰੀ ਭੀਮ ਚੰਦ ਜਦੋਂ ਉਹਦੇ ਤੇ ਬਾਦਸ਼ਾਹੀ ਫੌਜਾਂ ਚੜ੍ਹ ਕੇ ਆ ਗਈਆਂ, ਮੌਕਾ ਪ੍ਰਸਤੀ ਕਰਕੇ ਫਿਰ ਸਾਡੀ ਸ਼ਰਨ ਪੈ ਗਿਆ। ਉਹਨੇ ਸਾਨੂੰ ਬੁਲਾਇਆ। ਹਜੂਰ ਲਿਖਦੇ ਨੇ, ਸਭੈ ਵੀਰ ਬੋਲੇ ਹਮੈਂ ਵੀ ਬੁਲਾਇੰ। ਉਹਨੇ ਸਾਰੇ ਯੋਧੇ ਆਪਣੇ ਮਿੱਤਰ ਦੋਸਤ ਇਕੱਠੇ ਕੀਤੇ, ਉਹਨਾਂ ਨੂੰ ਕਹਿਣ ਲੱਗਾ ਹੁਣ ਮੇਰੀ ਮਦਦ ਕਰੋ, ਮੈਂ ਸਦਾ ਲਈ ਗੁਰੂ ਘਰ ਦਾ ਮਹਾਰਾਜ ਦਾਸ ਬਣ ਕੇ ਰਹਾਂਗਾ, ਅੱਗੇ ਤੋਂ ਮੈਂ ਕੋਈ ਧੋਖਾ ਨਹੀਂ ਕਰਾਂਗਾ ਗੁਰੂ ਘਰ ਨਾਲ। ਸ਼ਰਨ ਪੈ ਗਿਆ। ਗੁਰੂ ਦੀ ਵਡਿਆਈ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸੁਆਮੀ ਸੰਦਾ ਪਿਛਲੇ ਵੈਰ ਵਿਰੋਧ ਵਿਸਾਰ ਕੇ ਕਲਗੀਧਰ ਪਾਤਸ਼ਾਹ ਨਦੌਣ ਦੇ ਜੰਗ ਵਿੱਚ ਉਹਦੀ ਮਦਦ ਕਰਨ ਗਏ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਫਿਰ ਉਸੇ ਤਰ੍ਹਾਂ ਹੀ ਲਿਖਦੇ ਆ ਕਿ ਨਦੌਣ ਦੀ ਜੰਗ ਦੇ ਵਿੱਚ ਦਿਆਲ ਚੰਦ ਬਿਜੜਵਾਲੀਆ ਰਾਜਾ ਮੇਰੇ ਸਾਹਮਣੇ ਆ ਗਿਆ। ਉਹਨੇ ਜਦੋਂ ਜੰਗ ਕੀਤਾ, ਬਹੁਤ ਭਿਅੰਕਰ ਯੁੱਧ ਕੀਤਾ, ਤਾਂ ਮੈਂ ਉਹਨੂੰ ਬੰਦੂਕ ਦੇ ਨਾਲ ਗੋਲੀ ਮਾਰ ਕੇ ਮੈਦਾਨੇ ਜੰਗ 'ਚ ਖਤਮ ਕੀਤਾ। ਇਹ ਹਜੂਰ ਨੇ ਆਪਣੀ ਕਲਮ ਨਾਲ ਲਿਖੀ ਗੱਲਾਂ। ਸੋ ਖਾਲਸਾ ਜੀ, ਬਹੁਤ ਪ੍ਰਮਾਣ ਵਿੱਚੋਂ ਹੀ ਹਨ ਜਿਹੜੇ ਸਿੱਧ ਕਰਦੇ ਆ ਵੀ ਇਹ ਕਲਗੀਧਰ ਪਾਤਸ਼ਾਹ ਨੇ ਆਪ ਬਚਿੱਤਰ ਨਾਟਕ ਲਿਖਿਆ। ਉਸ ਤੋਂ ਬਾਅਦ ਜਿਹੜੇ ਸਾਡੇ ਵਿਦਵਾਨ ਹੋਏ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਭਾਈ ਸਾਹਿਬ ਸੈਣਾ ਸਿੰਘ ਜੀ ਸੈਨਾਪਤੀ ਨੇ ਜਿਹੜਾ ਗ੍ਰੰਥ ਲਿਖਿਆ, ਉਹਨੇ ਮੈਂ ਪਹਿਲਾਂ ਗੱਲ ਕੀਤੀ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਜੀਵਨ ਦੀ ਕਥਾ ਨੂੰ ਛੱਡਿਆ ਸੀ ਨਾ, ਉੱਥੋਂ ਸੈਨਾਪਤੀ ਨੇ ਚੁੱਕਿਆ। ਉਹਨੇ ਇਹ ਮਹਿਸੂਸ ਕੀਤਾ ਵੀ ਮੈਂ ਜਿੰਨਾ ਕੰਮ ਗੁਰੂ ਸਾਹਿਬ ਨੇ ਕਰ ਦਿੱਤਾ, ਉਸ ਤੋਂ ਅਗਲਾ ਛੇਤੀ ਛੇਤੀ ਲਿਖਦਿਆਂ ਕਿਤੇ ਰਹਿ ਨਾ ਜਾਵੇ, ਪਿਛਲੀ ਕਥਾ ਲਿਖਦਿਆਂ ਵਿਸਥਾਰ ਨਾ ਹੋ ਜਾਏ। ਉਹਨੇ 1696 ਤੋਂ ਬਾਅਦ ਦੀਆਂ ਗੱਲਾਂ ਲਿਖੀਆਂ। 1699 ਦੀ ਵਿਸਾਖੀ ਦਾ ਜਿਹੜਾ ਅੰਮ੍ਰਿਤ ਸੰਚਾਰ ਵਾਲੀ ਗੱਲ ਉਹਨੇ ਲਿਖੀ, ਤੇ ਅਖੀਰ ਜੋਤੀ ਜੋਤ ਸਮਾਨ ਤੱਕ ਹਜੂਰ ਸਾਹਿਬ ਤੱਕ ਦੀ ਗੱਲ ਉਹਨੇ ਸੈਨਾਪਤੀ ਨੇ ਲਿਖੀ। ਉਹ ਹਜੂਰੀ ਕਵੀ ਸੀ 52 ਕਵੀਆਂ ਵਿੱਚ। ਉਹਨੇ ਉਸ ਗ੍ਰੰਥ ਦੀ ਮਹਾਨਤਾ ਸਮਝਦਿਆਂ ਹੋਇਆ ਵੀ ਇਹਦੇ 'ਚ ਗੁਰੂ ਸਾਹਿਬ ਨੇ ਬਹੁਤ ਕੁਝ ਲਿਖਿਆ ਹੋਇਆ, ਜਿਹੜਾ ਕੰਮ ਗੁਰੂ ਸਾਹਿਬ ਨੇ ਛੱਡ ਦਿੱਤਾ ਉਹ ਮੈਂ ਪੂਰਾ ਕਰ ਦਿਆਂ। ਖਾਲਸਾ ਜੀ, ਉੱਥੇ ਥਰਡ ਪਰਸਨ ਵਿੱਚ ਗੱਲ ਹੋਈ ਸਾਰੀ, ਜਿਹੜਾ ਗੁਰਸੋਭਾ ਵਿੱਚ ਉਹ ਗੁਰੂ ਸਾਹਿਬ ਦੀ ਗੱਲ ਕਰ ਰਿਹਾ, ਸਾਨੂੰ ਸੁਣਾ ਰਿਹਾ ਗੁਰੂ ਦੀ ਕਥਾ, ਇਹ ਥਰਡ ਪਰਸਨ 'ਚ ਆ ਜਾਂਦੇ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਲਿਖ ਰਹੇ ਅਬ ਮੈਂ ਆਪਣੀ ਕਥਾ ਵਿਖਾਨੋ, ਅਬ ਮੈਂ ਕਹੂੰ ਸੋ ਆਪਣੀ ਕਥਾ, ਜਾਂ ਜਿੱਥੇ ਮੈਂ ਕਰਕੇ ਉਹ ਗੁਰੂ ਸਾਹਿਬ ਆਪ ਲਿਖ ਰਹੇ ਆ। ਇਸ ਕਰਕੇ ਪਰੰਪਰਾ ਤੋਂ ਵੀ, ਵਿਦਵਾਨਾਂ ਤੋਂ ਵੀ, ਸੰਪਰਦਾਇ ਤੋਂ ਵੀ ਜਿਹੜੀ ਗੱਲ ਸਿੱਧ ਹੁੰਦੀ ਹੈ ਉਹਨੂੰ ਸੱਤ ਕਰਕੇ ਮੰਨਣਾ ਗੁਰੂ ਕੇ ਸਿੱਖਾਂ ਦਾ ਧਰਮ ਹੈ। ਜੇ ਤੁਸੀਂ ਕਿੰਤੂ ਕਰੋਗੇ, ਕੱਲ੍ਹ ਜਿਵੇਂ ਸਾਡੇ ਗਿਆਨੀ ਜੀ ਦੱਸ ਰਹੇ ਸੀ ਵੀ ਇਹੋ ਜਿਹੇ ਵੀ ਪੈਦਾ ਹੋ ਗਏ ਜਿਹੜੇ ਕਹਿੰਦੇ ਜਪਜੀ ਸਾਹਿਬ ਕਿਹਨੇ ਲਿਖਿਆ ਸੀ। ਲੈ ਦੱਸੋ, ਹੁਣ ਜਪਜੀ ਸਾਹਿਬ ਦੱਸੀਏ ਲਿਆ ਕੇ ਵੀ ਉਹ ਕਿਹਨੇ ਲਿਖਿਆ ਸੀ। ਤੇ ਫਿਰ ਇਹਨਾਂ ਲੋਕਾਂ ਨੂੰ ਪੁੱਛੋ ਵੀ ਤੁਸੀਂ ਜੰਮੇ ਕਿਵੇਂ ਸੀ ਭਰਾਓ, ਪਤਾ ਨਹੀਂ ਕਿੱਥੋਂ ਪ੍ਰਗਟ ਹੋ ਗਏ, ਇਹ ਸਿੱਧ ਕਰੋ। ਜੇ ਕਹਿੰਦੇ ਵੀ ਅਸੀਂ ਆਪਣਾ DNA ਟੈਸਟ ਕਰਾ ਦਿੰਦੇ ਹਾਂ, ਇਹ ਅੱਗੋਂ ਜਵਾਬ ਦਿੰਦੇ ਹੁੰਦੇ ਆ, ਕਹਿੰਦੇ ਜੀ ਲਏ ਤਾਂ ਸਿੱਧ ਹੋ ਜਾਂਦਾ ਅੱਜ ਕੱਲ੍ਹ ਸਾਰਾ ਕੁਝ, ਜਾਂ ਫਿਰ ਸਾਡੇ ਕੋਲ ਵੀ ਹੈ, ਅਸੀਂ ਵੀ ਤੁਹਾਨੂੰ ਸਿੱਧ ਕਰ ਸਕਦੇ ਹਾਂ ਵੀ ਆਹ ਦੇਖੋ ਸਾਡੀ ਪਰੰਪਰਾ ਹੈ, ਇੱਦਾਂ ਗ੍ਰੰਥਾਂ ਦੇ ਵਿੱਚ ਇਹ ਗੁਰਬਾਣੀ ਨੂੰ ਸਿੱਧ ਕੀਤਾ ਵੀ ਇਹ ਗੁਰੂ ਸਾਹਿਬ ਜੀ ਮਹਾਰਾਜ ਦੀ ਹੈ। ਸੋ ਜੇ ਇਸ ਤਰੀਕੇ ਨਾਲ ਵਿਚਾਰ ਕਰਨੀ ਹੈ। ਹੁਣ ਪ੍ਰੋਬਲਮ ਇਹ ਹੈ ਕਿ ਆਮ ਸੰਗਤ ਜਿਹੜੀ ਹੈ ਉਹਨਾਂ ਨੇ ਉਹ ਗ੍ਰੰਥ ਨਹੀਂ ਪੜ੍ਹੇ ਹੁੰਦੇ, ਉਹਨਾਂ ਗ੍ਰੰਥਾਂ ਦਾ ਨਾਮ ਨਹੀਂ ਸੁਣਿਆ ਹੁੰਦਾ। ਉਹਨਾਂ ਗ੍ਰੰਥਾਂ 'ਚ ਡੀਪਲੀ ਜਾਣ ਵਾਸਤੇ 10, 15, 20 ਸਾਲ ਬੰਦੇ ਨੂੰ ਸਿਰ ਖਪਾਈ ਕਰਨੀ ਪੈਂਦੀ ਹੈ। ਉਹ ਗ੍ਰੰਥ ਐਵੇਂ ਛੇਤੀ ਕਿਤੇ ਸਮਝ ਹੀ ਨਹੀਂ ਆਉਂਦੇ, ਉਹਨਾਂ ਦੀ ਬੋਲੀ ਨਹੀਂ ਸਮਝ ਆਉਂਦੀ, ਉਹਨਾਂ ਦਾ ਵਿਆਕਰਨ ਨਹੀਂ ਸਮਝ ਆਉਂਦਾ, ਉਹਨਾਂ ਦੇ ਛੰਦ ਨਹੀਂ ਸਮਝ ਆਉਂਦੇ, ਉਹਨਾਂ ਦੀ ਚਾਲ ਢਾਲ ਰਵਾਨੀ ਗੱਲ ਬੜੀ ਦੂਰ ਦੀ ਹੈ। ਤੇ ਉਹਨੂੰ ਆਪਾਂ ਇੱਕਦਮ ਕੰਡੈਮ ਕਰ ਦਈਏ, ਨਹੀਂ ਜੀ ਇਹ ਤਾਂ ਹੈ ਹੀ ਨਹੀਂ, ਤਾਂ ਫਿਰ ਉਹਦਾ ਕੋਈ ਹੱਲ ਨਹੀਂ। ਜੇ ਸ਼ਰਧਾਵਾਨ ਗੁਰੂ ਕੇ ਸਿੱਖਾਂ ਦੀ ਸ਼ਰਧਾ ਤੋੜਨ ਦਾ ਪਾਪ ਜ਼ਰੂਰ ਲੱਗੇਗਾ। ਸੋ ਪਿਆਰੇ ਖਾਲਸਾ ਜੀ, ਮਹਾਰਾਜ ਕਿਰਪਾ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਇੱਕ ਸੂਤ 'ਚ ਪਰੋਏ ਰੱਖਣ, ਪਿਆਰ ਇਤਫਾਕ ਨਾਲ ਗੁਰਮੁਖ ਬੈਸੋ ਸਫਾ ਵਿਛਾਏ। ਵਿਚਾਰ ਕਰਨ ਦਾ ਕੋਈ ਹਰਜ ਨਹੀਂ, ਪਰ ਵਿਚਾਰ ਆਪਣੇ ਭਲੇ ਲਈ ਹੋਵੇ, ਦੂਸਰਿਆਂ ਦੇ ਬੁਰੇ ਲਈ ਨਾ ਹੋਵੇ, ਤੋੜਨ ਲਈ ਨਾ ਹੋਵੇ, ਜੋੜਨ ਲਈ ਹੋਵੇ। ਇਤਨੇ ਬਚਨ ਪ੍ਰਵਾਨ ਕਰਨੇ। ਕੋਈ 2-4 ਮਿੰਟ ਸਮਾਂ ਜ਼ਿਆਦਾ ਲੱਗਾ ਤਾਂ ਖਿਮਾ ਕਰ ਦੇਣਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 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 ਵਾਹਿਗੁਰੂ ਜੀ ਕੀ ਫਤਿਹ।